ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਰੱਖੋ ਪ੍ਰਭੂ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਅੱਜ ਦੇ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਆਪ ਸੱਜ ਬੈਠੇ ਹੋ। ਕੀਰਤਨ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਆਪ ਸਭ ਨੇ ਹਾਜ਼ਰੀ ਭਰੀ ਹੈ। ਆਓ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸੇ ਲੜੀ ਦੇ ਅਧੀਨ ਜਪਜੀ ਸਾਹਿਬ ਜੀ ਦੀਆਂ ਜੋ 25 ਪੌੜੀਆਂ ਦੀ ਵਿਚਾਰ ਹਾਲੇ ਤੱਕ ਕਰ ਚੁੱਕੇ ਹਾਂ। ਅੱਜ 26ਵੀਂ ਪੌੜੀ ਅਤੇ 27ਵੀਂ ਪੌੜੀ, ਇਹ 2 ਪੌੜੀਆਂ ਦੀ ਵਿਚਾਰ ਅੱਜ ਆਪਾਂ ਕਰਨੀ ਹੈ ਸਤ ਸੰਗਤ। ਆਓ ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਕਰੀਏ। ਸਤਿਗੁਰੂ ਅਥਾਹ ਰਸ ਬਖਸ਼ਿਓ, ਸੁਰਤ ਆਪਣੇ ਚਰਨਾਂ ਨਾਲ ਜੋੜ ਲਿਓ ਔਰ ਉਸ ਅਗੰਮੀ ਮੰਡਲਿਆਂ ਦੇ ਵਿੱਚ, ਉਹਨਾਂ ਅਰਸ਼ਾਂ ਦੇ ਵਿੱਚ ਸਾਡੀ ਅਵਸਥਾ ਨੂੰ ਪਹੁੰਚਾ ਕੇ ਆਪ ਹੀ ਇਹ ਕਥਾ ਕਰਾ ਲਿਓ ਜੀ। ਆਓ ਜਿੰਨੇ ਵੀ ਜੁੜ ਬੈਠੇ ਹਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਹਾਂ ਅਤੇ ਪਿਛਲੇ ਪ੍ਰਕਰਣ ਦੇ ਵਿੱਚ ਜਿਹੜੀਆਂ ਪੌੜੀਆਂ ਦੀ ਆਪਾਂ ਵਿਚਾਰ ਕੀਤੀ ਹੈ, ਉਹਦੇ ਵਿੱਚ ਆਪਾਂ ਇਹੀ ਵਿਚਾਰਿਆ ਕਿ ਉਸ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਅੰਤ ਨਹੀਂ ਪੈ ਸਕਦਾ, ਨਾ ਹੀ ਉਹਦੀਆਂ ਬਖਸ਼ਿਸ਼ਾਂ ਦਾ ਪੈ ਸਕਦਾ ਹੈ। ਭਾਵੇਂ ਕਿੰਨੇ ਵੀ ਉਹਨੂੰ ਆਖਣ ਦਾ ਯਤਨ ਕਰਨ, ਪਰ ਮਹਾਰਾਜ ਕਹਿੰਦੇ ਵੀ ਉਹਦਾ ਅੰਤ ਪੈ ਹੀ ਨਹੀਂ ਸਕਦਾ। ਔਰ ਹੁਣ ਅਗਲੀ ਜਿਹੜੀ ਪੌੜੀ ਹੈ, ਇਹਦਾ ਵੀ ਪ੍ਰਕਰਨ ਉਹਨਾਂ ਪਿਛਲੀਆਂ ਪੌੜੀਆਂ ਦੇ ਨਾਲ ਹੀ ਰਲਦਾ ਹੈ। 26ਵੀਂ ਪੌੜੀ ਦਾ ਇਹਦੀ ਵਿਚਾਰ ਕਰਾਂਗੇ। ਔਰ ਫਿਰ ਇਸ ਤੋਂ ਅਗਲੀ ਪੌੜੀ ਜਿਹੜੀ ਹੈ ਸੋ ਦਰ, ਉਸ ਪੌੜੀ ਜੋ ਜਪਜੀ ਸਾਹਿਬ ਦੀ ਸਭ ਤੋਂ ਲੰਬੇਰੀ ਪੌੜੀ ਹੈ, ਉਹ ਵੀ ਫਿਰ ਇੱਕ ਬੜਾ ਅਥਾਹ ਅਤੇ ਅਗੰਮੀ ਪ੍ਰਕਰਨ ਹੈ, ਉਹਦੀ ਵਿਚਾਰ ਕਰਨੀ ਹੈ। ਆਓ ਸਤ ਸੰਗਤ ਇਹਨਾਂ 2 ਪੌੜੀਆਂ ਦੀ ਵਿਚਾਰਾਂ ਵਿੱਚ ਹਾਜ਼ਰੀ ਭਰਨੀ ਆ। ਹਾਲਾਂਕਿ ਜਿਹੜੀ ਇਹ ਪੌੜੀਆਂ ਨੇ ਇਹ ਡਿਟੇਲ ਬਹੁਤ ਮੰਗਦੀਆਂ ਨੇ, ਪਰ ਆਪਾਂ ਕਿਉਂਕਿ ਅੱਖਰੀ ਅਰਥਾਂ ਦੀ ਵਿਚਾਰ ਕਰ ਰਹੇ ਹਾਂ, ਪਰ ਫਿਰ ਵੀ ਸਮਝਣ ਗੋਚਰੇ ਥੋੜ੍ਹਾ ਜਿਹਾ ਭਾਵ ਜ਼ਰੂਰ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਆਓ ਜਿੰਨੇ ਵੀ ਸਰੀਰ ਜੁੜ ਬੈਠੇ ਹਾਂ ਇਹ ਵਿਚਾਰ ਆਰੰਭਣ ਤੋਂ ਪਹਿਲਾਂ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਟਿਕਾਈਏ ਔਰ ਰਸਨਾ ਨੂੰ ਕਰੀਏ ਪਵਿੱਤਰ ਔਰ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਇਹਦਾ ਅੱਖਰੀ ਅਰਥ ਕਰੀਏ ਤੇ ਬਣਦਾ ਹੈ ਵੀ ਮੁੱਲ ਤੋਂ ਰਹਿਤ, ਜਿਹਦਾ ਮੁੱਲ ਨਹੀਂ ਪੈ ਸਕਦਾ। ਮੁੱਲ ਦੇ ਅੱਗੇ ਐੜਾ ਲੱਗ ਗਿਆ, ਮਤਲਬ ਮੁੱਲ ਦਾ ਵਿਰੋਧੀ ਸ਼ਬਦ ਬਣ ਗਿਆ। ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੀ ਕੀਮਤ ਨਹੀਂ ਪੈ ਸਕਦੀ। ਹਾਲਾਂਕਿ ਇਹ ਅਮੁੱਲ ਸ਼ਬਦ ਵਰਤਿਆ ਹੈ, ਪਰ ਗੁਰੂ ਨਾਨਕ ਸਾਹਿਬ ਨੇ ਕੋਈ ਵੀ ਸ਼ਬਦ ਜਿਹੜਾ ਹੈ, ਭਾਵੇਂ ਉਹ ਸ਼ਬਦ ਜਿਹੜਾ ਆਪਣੇ ਆਪ 'ਚ ਹੀ ਇਹ ਬਿਆਨ ਕਰ ਰਿਹਾ ਵੀ ਅੰਤ ਨਹੀਂ, ਮੁੱਲ ਨਹੀਂ, ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਕਦੀ ਦਾਅਵਾ ਨਹੀਂ ਕੀਤਾ ਵੀ ਇਹ ਸ਼ਬਦ ਢੁੱਕ ਜਾਊਗਾ। ਇਹ ਗੱਲ ਬੜੀ ਕਮਾਲ ਦੀ ਹੈ, ਬੜੀ ਅਸਚਰਜਤਾ ਵਾਲੀ ਗੱਲ ਹੈ। ਜੇ ਅਸੰਖ ਸ਼ਬਦ ਵੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਤੇ ਕਹਿੰਦੇ ਉਹਦੇ ਲਈ ਅਸੰਖ ਸ਼ਬਦ ਵਰਤਣ ਨਾਲ ਵੀ ਸਿਰ 'ਤੇ ਭਾਰ ਹੀ ਚੜ੍ਹਦਾ। ਦੇਖੋ ਕਿੱਡੀ ਅਸਚਰਜਤਾ ਹੈ ਸਾਧ ਸੰਗਤ।
ਇਸੇ ਤਰ੍ਹਾਂ ਅਮੁੱਲ ਸ਼ਬਦ ਵਰਤ ਰਹੇ ਨੇ, ਭਾਵੇਂ ਇਹਦੇ ਅੱਖਰੀ ਅਰਥ ਬਣਦੇ ਨੇ ਵੀ ਜਿਹਦੀ ਕੀਮਤ ਨਹੀਂ ਪੈ ਸਕਦੀ, ਪਰ ਇਹ ਸ਼ਬਦ ਵੀ ਕਈ ਵਾਰੀ ਛੋਟੇ ਪੈ ਜਾਂਦੇ ਆ, ਗੁਰੂ ਨਾਨਕ ਸਾਹਿਬ ਕਹਿੰਦੇ। ਤੋ ਇਸ ਕਰਕੇ ਇੱਥੇ ਜੋ ਅਮੁੱਲ ਸ਼ਬਦ ਹੈ ਇਹਦੇ ਅੱਖਰੀ ਅਰਥ ਤਾਂ ਇਹੀ ਬਣਨਗੇ ਵੀ ਜਿਹਦੀ ਕੀਮਤ ਨਹੀਂ ਪੈ ਸਕਦੀ, ਪਰ ਹੋਰ ਡੂੰਘਾਈ ਵਿੱਚ ਜਾਈਏ ਤੇ ਇਹਦੇ ਅਰਥ ਅਸਚਰਜਤਾ ਤੇ ਵਿਸਮਾਦਤਾ ਦੇ ਵਿੱਚ ਕਰਨੇ ਆ। ਭਾਵ ਵਿਸਮਾਦ ਸ਼ਬਦ ਦੇ ਹੁਣ ਦੁਨਿਆਵੀ ਕੋਈ ਸ਼ਬਦ ਨਹੀਂ ਲੱਭਦਾ, ਉਸ ਸ਼ਬਦ ਦੇ ਕੋਈ ਦੁਨਿਆਵੀ ਸ਼ਬਦ ਵਰਤ ਕੇ ਉਹਦੇ ਅਰਥ ਕਰ ਲਈਏ। ਤੋ ਸਤਿਗੁਰੂ ਜੀ ਕਹਿੰਦੇ ਅਮੁੱਲ ਗੁਣ, ਜੋ ਪਰਮਾਤਮਾ ਦੇ ਗੁਣ ਨੇ ਉਹ ਅਮੁੱਲ ਨੇ, ਮੁੱਲ ਨਹੀਂ ਪੈ ਸਕਦਾ। ਅਮੁੱਲ ਵਪਾਰ, ਤੇ ਫਿਰ ਜੋ ਉਹਨਾਂ ਗੁਣਾਂ ਦਾ ਵਪਾਰ ਕਰਦੇ ਨੇ, ਉਹ ਗੁਣਾਂ ਦਾ ਜੋ ਵਪਾਰ ਹੈ ਉਹਦਾ ਵੀ ਮੁੱਲ ਨਹੀਂ ਪੈ ਸਕਦਾ। ਹਾਲਾਂਕਿ ਜਦੋਂ ਵਪਾਰ ਦੀ ਗੱਲ ਆਉਂਦੀ ਹੈ, ਵਪਾਰ ਸ਼ਬਦ ਦੁਨਿਆਵੀ ਢੰਗ ਤੌਰ ਤਰੀਕਿਆਂ 'ਚ ਵੀ ਵਰਤਿਆ ਜਾਂਦਾ ਹੈ, ਦੁਨੀਆ ਵਿੱਚ ਵਰਤਿਆ ਜਾਂਦਾ ਹੈ, ਪਰ ਜਦੋਂ ਦੁਨੀਆ ਦੇ ਵਿੱਚ ਵਪਾਰ ਸ਼ਬਦ ਵਰਤੀਦਾ ਹੈ ਉਦੋਂ ਫਿਰ ਗਿਵ ਐਂਡ ਟੇਕ ਦੀ ਗੱਲ ਚੱਲਦੀ ਹੈ। ਵੀ ਜੇ ਕੋਈ ਦੁਕਾਨਦਾਰੀ ਕਰਦਾ ਵੀ ਲੈ ਇੰਨੇ ਪੈਸੇ ਲੈ ਅਤੇ ਆਹ ਕੁਝ ਮੈਨੂੰ ਦੇ ਦੇ, ਆਹ ਇਨਵੈਸਟਮੈਂਟ ਕੀਤੀ, ਇਹਦੇ ਬਦਲੇ ਆਹ ਪ੍ਰੋਫਿਟ ਮਿਲ ਗਿਆ। ਦੁਨਿਆਵੀ ਵਪਾਰ ਦੇ ਵਿੱਚ ਗਿਵ ਐਂਡ ਟੇਕ ਚੱਲਦਾ ਹੈ, ਪਰ ਇੱਥੇ ਕਮਾਲ ਦੀ ਗੱਲ ਵੀ ਇੱਕ ਥਾਂ ਤਾਂ ਮਹਾਰਾਜ ਕਹਿੰਦੇ ਵੀ ਮੁੱਲ ਨਹੀਂ ਪੈ ਸਕਦਾ, ਨਾਲ ਹੀ ਸ਼ਬਦ ਵਪਾਰ ਵੀ ਵਰਤ ਲਿਆ। ਉਹਦੇ ਗੁਣਾਂ ਦੀ ਕੀਮਤ ਨਹੀਂ ਪੈ ਸਕਦੀ ਅਤੇ ਨਾਲ ਸ਼ਬਦ ਕਹਿ ਦਿੱਤਾ ਵੀ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹਦੀ ਵੀ ਕੀਮਤ ਨਹੀਂ ਪੈ ਸਕਦੀ। ਜੇ ਉਹ ਵਪਾਰ ਹੈ ਫਿਰ ਕੀਮਤ ਕਿਉਂ ਨਹੀਂ ਪੈ ਸਕਦੀ, ਅਤੇ ਜੇ ਕੀਮਤ ਨਹੀਂ ਪੈ ਸਕਦੀ ਫਿਰ ਉਹ ਵਪਾਰ ਕਿਵੇਂ ਹੋਇਆ? ਇਹਨੂੰ ਸਮਝਿਓ ਥੋੜ੍ਹਾ ਜਿਹਾ ਸਾਧ ਸੰਗਤ, ਕਿਉਂਕਿ ਇਹ ਵਪਾਰ ਐਸਾ ਨਹੀਂ ਵੀ ਅਸੀਂ ਕੋਈ ਇੰਨੇ ਸੋਨੇ ਦੀਆਂ ਪਾਲਕੀਆਂ ਚੜ੍ਹਾ ਦਾਂਗੇ ਅਤੇ ਉਹ ਗੁਣ ਮਿਲ ਜਾਣਗੇ, ਜਾਂ ਕੋਈ ਵੱਡੀਆਂ ਗੱਡੀਆਂ ਚੜ੍ਹਾ ਦੇਵਾਂਗੇ, ਜਾਂ ਇੰਨੇ ਪੈਸੇ ਭੇਟਾ ਕਰ ਦੇਵਾਂਗੇ ਅਤੇ ਉਹ ਗੁਣ ਮਿਲ ਜਾਣਗੇ। ਮਹਾਰਾਜ ਕਹਿੰਦੇ ਕੀਮਤ ਤਾਂ ਹੈ ਹੀ ਨਹੀਂ ਕੋਈ ਨਾ, ਫਿਰ ਐਵੇਂ ਦੇ ਵਪਾਰ ਨਹੀਂ ਕੀਤੇ ਜਾ ਸਕਦੇ। ਫਿਰ ਇਹ ਵਪਾਰ ਕੀ ਹੈ? ਇਹ ਵਪਾਰ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਗੁਰਬਾਣੀ ਕਹਿੰਦੀ ਆ ਵੀ ਮੈਂ ਜਿੰਦ ਵੱਟੇ ਇਹ ਕੁਝ ਲਿਆ ਹੈ, ਆਹ ਵਪਾਰ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਨਾਮ ਲਿਆ ਹੈ ਪਰ ਆਪਣਾ ਮਨ ਸੌਂਪ ਕੇ, ਇਹ ਵਪਾਰ ਹੈ ਸਾਧ ਸੰਗਤ, ਕਿ ਆਪਣਾ ਆਪਾ ਸੌਂਪ ਦੇਣਾ, ਫਿਰ ਗੁਰੂ ਜੀ ਉਸ ਆਪੇ ਦੇ ਬਦਲੇ ਸਾਨੂੰ ਗੁਣ ਬਖਸ਼ਦੇ ਨੇ। ਇਹ ਵਪਾਰ ਹੈ, ਕੋਈ ਦੁਨਿਆਵੀ ਕੀਮਤ ਨਹੀਂ ਪੈ ਸਕਦੀ। ਪਰ ਇੱਥੇ ਵੀ ਥੋੜ੍ਹਾ ਹੋਰ ਗਹਿਰਾ ਸਮਝਿਓ, ਜਦੋਂ ਕੋਈ ਆਪਾ ਸੌਂਪਦਾ ਹੈ ਨਾ, ਉਹਦੇ ਭਾਵ ਮਨ ਦੇ ਵਿੱਚ ਇਹ ਕਦੀ ਵੀ ਨਹੀਂ ਹੁੰਦਾ, ਕਿਉਂਕਿ ਆਪਾ ਹੀ ਜਦੋਂ ਸੌਂਪਤਾ ਫਿਰ ਉਹਦੇ ਮਨ 'ਚ ਕਦੀ ਵੀ ਨਹੀਂ ਆ ਸਕਦਾ ਵੀ ਇਹਦੇ ਬਦਲੇ ਮੈਨੂੰ ਕੁਝ ਮਿਲੂਗਾ। ਇਹ ਗੁਰੂ ਜਾਣੇ ਉਹਨੇ ਗੁਣ ਦੇਣੇ ਕਿ ਨਹੀਂ ਦੇਣੇ। ਜਿਹਨੇ ਆਪਾ ਸੌਂਪ ਦਿੱਤਾ ਉਹਦੀ ਭਾਵਨਾ ਹੀ ਇਹ ਹੁੰਦੀ ਹੈ, ਉਹਦੇ ਅੰਦਰ ਹਿਰਦੇ ਵਿੱਚ ਇਹ ਵੇਦਨਾ, ਇਹ ਜੋ ਭਾਵ ਹੀ ਇਹ ਟਿਕਿਆ ਹੁੰਦਾ ਹੈ ਵੀ ਸਤਿਗੁਰੂ ਮੈਂ ਤਾਂ ਆਪਣਾ ਆਪ ਤੈਨੂੰ ਸੌਂਪਤਾ, ਬਦਲੇ 'ਚ ਮੈਨੂੰ ਕੁਝ ਮਿਲੇ ਨਾ ਮਿਲੇ ਮੈਨੂੰ ਫਰਕ ਨਹੀਂ ਪੈਂਦਾ, ਕਿਉਂਕਿ ਆਪੇ ਸੌਂਪਣ ਦਾ ਮਤਲਬ ਹੀ ਇਹ ਹੁੰਦਾ ਹੈ। ਇਸ ਕਰਕੇ ਕਿਹਾ ਵੀ ਇਹ ਵਪਾਰ ਦੀ ਕੋਈ ਕੀਮਤ ਨਹੀਂ ਹੈਗੀ, ਇਹ ਵਪਾਰ ਜੋ ਹੈ ਇਹਦੀ ਕੀਮਤ ਨਹੀਂ ਹੈਗੀ। ਇਹ ਤਾਂ ਸਤਿਗੁਰੂ ਰਹਿਮਤ ਕਰੇ ਉਹ ਗੁਣ ਦੇ ਦੇਵੇ, ਉਹਦੀ ਮਰਜ਼ੀ ਹੈ। ਤੋ ਕਹਿਣ ਤੋਂ ਭਾਵ ਕੀ ਹੈ? ਮਹਾਰਾਜ ਕਹਿੰਦੇ ਨੇ ਵੀ ਪਰਮਾਤਮਾ ਦੇ ਗੁਣਾਂ ਦੀ ਕੀਮਤ ਵੀ ਨਹੀਂ, ਉਹਦੇ ਗੁਣ ਵੀ ਅਮੁੱਲ ਹਨ, ਅਤੇ ਇਹ ਗੁਣਾਂ ਦਾ ਜੋ ਵਪਾਰ ਹੈ ਇਹ ਵੀ ਅਮੁੱਲ ਹੈ ਜੀ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਵਾਪਾਰੀਏ ਤੋਂ ਭਾਵ ਜਿਹੜੇ ਵਪਾਰ ਕਰਦੇ ਨੇ, ਭਗਤ ਕਬੀਰ ਵਰਗੇ ਆਪਣਾ ਆਪ ਸੌਂਪਿਆ ਅਤੇ ਪਰਮਾਤਮਾ ਨੇ ਗੁਣ ਬਖਸ਼ੇ। ਭਗਤ ਰਵਿਦਾਸ ਵਰਗੇ, ਭਾਈ ਲਹਿਣੇ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਬਾਬਾ ਦੀਪ ਸਿੰਘ ਵਰਗੇ, ਭਾਈ ਮਣੀ ਸਿੰਘ ਵਰਗੇ, ਜਿਨ੍ਹਾਂ ਨੇ ਆਪਣਾ ਆਪਾ ਸੌਂਪ ਦਿੱਤਾ ਅਤੇ ਗੁਰੂ ਨੇ ਰਹਿਮਤ ਕੀਤੀ, ਉਹਨਾਂ ਨੂੰ ਗੁਣ ਬਖਸ਼ ਦਿੱਤੇ। ਇਹ ਵਪਾਰੀਏ ਜਿਹੜੇ ਇਹ ਵਪਾਰ ਕਰਨ ਵਾਲੇ ਨੇ, ਜਿਨ੍ਹਾਂ ਨੇ ਉਹਨਾਂ ਗੁਣਾਂ ਨੂੰ ਇਕੱਤਰ ਕੀਤਾ, ਉਹ ਵਪਾਰੀ ਵੀ ਅਮੁੱਲ ਨੇ। ਕੀ ਕੀਮਤ ਕਵਾਂਗੇ ਅਸੀਂ ਭਾਈ ਮਣੀ ਸਿੰਘ ਦੀ? ਕੀ ਕੀਮਤ ਲਾਵਾਂਗੇ ਭਾਈ ਤਾਰੂ ਸਿੰਘ ਦੀ? ਕਿਹੜੀ ਕੀਮਤ ਵਿੱਚ ਬੰਨਾਂਗੇ ਅਸੀਂ ਬਾਬਾ ਬੁੱਢਾ ਸਾਹਿਬ ਨੂੰ? ਮਹਾਰਾਜ ਕਹਿੰਦੇ ਮੁੱਲ ਹੀ ਨਹੀਂ ਪੈ ਸਕਦਾ, ਉਹ ਅਮੁੱਲ ਨੇ, ਕਿਉਂਕਿ ਉਹ ਵਪਾਰੀ ਵੀ ਮੁੱਲ ਨੇ। ਜੇ ਵਪਾਰ ਅਮੁੱਲ ਹੈ ਤਾਂ ਵਪਾਰੀ ਵੀ ਅਮੁੱਲ ਨੇ, ਉਹਨਾਂ ਦੀ ਵੀ ਕੀਮਤ ਨਹੀਂ ਪੈ ਸਕਦੀ। ਫਿਰ ਅਮੁੱਲ ਭੰਡਾਰ, ਜਿਹੜੇ ਉਹ ਪਰਮਾਤਮਾ ਦੇ ਭੰਡਾਰੇ ਭਰੇ ਨੇ, ਅਨੇਕਾਂ ਦਾਤਾਂ ਉਹਦੇ ਭੰਡਾਰਿਆਂ ਵਿੱਚ ਭਰੀਆਂ ਹੋਈਆਂ ਨੇ, ਗਿਣੀਆਂ ਹੀ ਨਹੀਂ ਜਾ ਸਕਦੀਆਂ, ਉਹਦਾ ਵੀ ਮੁੱਲ ਨਹੀਂ ਪੈ ਸਕਦਾ। ਜਿਹੜੀ ਭੰਡਾਰ ਉਹ ਤੋਲ ਮੋਲ 'ਚ ਹੀ ਨਹੀਂ ਆ ਸਕਦੇ, ਉਹਦਾ ਮੁੱਲ ਵੀ ਕਿਵੇਂ ਪਵੇਗਾ ਸਾਧ ਸੰਗਤ?
ਤੋ ਉਹ ਭੰਡਾਰ ਵੀ ਅਮੁੱਲ ਹੈ ਜੀ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਫਿਰ ਉਹਨਾਂ ਗੁਣਾਂ ਦਾ ਵਪਾਰ ਕਰਨ ਜੋ ਸੰਤ ਜਨ ਆਉਂਦੇ ਨੇ ਉਹ ਵੀ ਅਮੁੱਲ ਨੇ, ਉਹਨਾਂ ਦਾ ਆਉਣਾ ਵੀ ਅਮੁੱਲ ਹੈ। ਭਾਈ ਤਾਰੂ ਸਿੰਘ ਵਰਗੇ ਮਹਾਂਪੁਰਖਾਂ ਦਾ ਆਉਣਾ ਵੀ ਅਮੁੱਲ ਹੈ। ਬਾਬਾ ਜਰਨੈਲ ਸਿੰਘ ਵਰਗੇ ਮਹਾਂਪੁਰਖਾਂ ਦਾ ਆਉਣਾ ਵੀ ਅਮੁੱਲ ਹੈ। ਮਹਾਰਾਜ ਕਹਿੰਦੇ ਅਮੁੱਲ ਆਵਹਿ, ਉਹਨਾਂ ਦਾ ਆਉਣਾ ਅਮੁੱਲ ਹੈ, ਅਮੁੱਲ ਲੈ ਜਾਹੇ, ਤੇ ਉਹ ਉਹਨਾਂ ਦਾ ਜਾਣਾ ਵੀ ਅਮੁੱਲ ਹੈ। ਤੁਸੀਂ ਵੇਖੋ ਆਮ ਮਨੁੱਖ ਮਰ ਜਾਂਦਾ ਹੈ, ਕੋਈ ਪੁੱਛਦਾ ਵੀ ਨਹੀਂ, ਤੇ ਮਹਾਂਪੁਰਖਾਂ ਦਾ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਵੇ ਜਾਂ ਚਲਾਣਾ ਵੀ ਹੋਵੇ ਉਹ ਦਿਨ ਵੀ ਮਨਾਏ ਜਾਂਦੇ ਨੇ। ਜਿਸ ਦਿਨ ਉਹ ਆਏ ਉਹ ਦਿਨ ਵੀ ਮਨਾਏ ਜਾਂਦੇ ਨੇ। ਕਿਉਂਕਿ ਉਹਨਾਂ ਦਾ ਆਉਣਾ ਵੀ ਅਮੁੱਲ ਹੈ ਤੇ ਉਹਨਾਂ ਦਾ ਇਸ ਦੁਨੀਆ ਤੋਂ ਫਿਰ ਗੁਣ ਵੰਡਦਿਆਂ ਉਹ ਗੁਣਾਂ ਦੇ ਧਾਰਨੀ ਬਣ ਕੇ ਜਾਣਾ ਇਹ ਵੀ ਅਮੁੱਲ ਹੈ। ਅਮੁੱਲ ਭਾਏ ਅਮੁੱਲਾ ਸਮਾਹੇ। ਉਹ ਪ੍ਰੇਮ, ਜਿਹੜਾ ਪ੍ਰੇਮ ਸਿੱਖ ਦੇ ਹਿਰਦੇ ਵਿੱਚ ਹੈ ਤੇ ਜਿਸ ਪ੍ਰੇਮ ਦੇ ਰਾਹੀਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਉਹ ਭਾਏ ਉਹ ਪ੍ਰੇਮ ਵੀ ਅਮੁੱਲ ਹੈ ਤੇ ਅਮੁੱਲਾ ਸਮਾਹੇ, ਕਿਉਂਕਿ ਉਸ ਪ੍ਰੇਮ ਦੇ ਜ਼ਰੀਏ ਹੀ ਤਾਂ ਉਸ ਪਰਮਾਤਮਾ ਵਿੱਚ ਸਮਾ ਸਕਦੇ ਆ ਨਾ, ਲੀਨ ਹੋ ਸਕਦੇ ਆ, ਤੇ ਉਹ ਲੀਨਤਾ ਵੀ ਅਮੁੱਲ ਹੈ। ਤੋ ਸਤਿਗੁਰੂ ਜੀ ਇਹ ਫਰਮਾਉਂਦੇ ਹਨ, ਅਮੁੱਲ ਧਰਮ ਅਮੁੱਲ ਦੀ ਬਾਣ। ਧਰਮ ਵੀ ਅਮੁੱਲ ਹੈ, ਜਿਹੜਾ ਨਿਯਮ ਹੈ ਪਰਮਾਤਮਾ ਦਾ, ਜੋ ਉਹਨੇ ਕਾਨੂੰਨ ਬਣਾਇਆ ਹੈ, ਜਿਸ ਕਾਨੂੰਨ ਦੇ ਅਧੀਨ ਇਹ ਸ੍ਰਿਸ਼ਟੀ ਚੱਲਦੀ ਪਈ ਉਹ ਵੀ ਅਮੁੱਲ ਹੈ। ਤੋ ਉਹ ਧਰਮ ਵੀ ਅਮੁੱਲ ਹੈ। ਦੀਵਾਨ ਤੋਂ ਭਾਵ ਉਹਦਾ ਦਰਬਾਰ ਵੀ ਅਮੁੱਲ ਹੈ। ਅਮੁੱਲ ਤੁਲ ਅਮੁੱਲ ਪਰਵਾਨ। ਤੁਲ ਦਾ ਅਰਥ ਹੈ ਤੱਕੜੀ, ਪ੍ਰਵਾਨ ਦਾ ਅਰਥ ਇੱਥੇ ਕਬੂਲਿਆ ਜਾਣਾ ਨਹੀਂ। ਜਿਹੜਾ ਪੰਚ ਪ੍ਰਵਾਨ ਦੇ ਵਿੱਚ ਆਇਆ ਉੱਥੇ ਅਰਥ ਕਬੂਲਿਆ ਜਾਣਾ ਹੈ, ਪਰ ਇੱਥੇ ਪ੍ਰਵਾਨ ਦਾ ਅਰਥ ਹੈ ਤੱਕੜੀ ਦੇ ਵੱਟੇ, ਜਿਹੜੇ ਵੱਟੇ ਰੱਖ ਕੇ ਅਸੀਂ ਤੋਲਦੇ ਹਾਂ ਕੁਝ। ਮਹਾਰਾਜ ਕਹਿੰਦੇ ਉਹਦਾ ਕਾਨੂੰਨ ਵੀ ਅਮੁੱਲ ਹੈ, ਉਹਦਾ ਦਰਬਾਰ ਵੀ ਅਮੁੱਲ ਹੈ, ਉਹਦੀ ਤੱਕੜੀ ਵੀ ਅਮੁੱਲ ਹੈ ਤੇ ਉਹਦੇ ਵੱਟੇ ਵੀ ਅਮੁੱਲ ਨੇ। ਜਿਸ ਤੱਕੜੀ ਦੇ ਵਿੱਚ ਉਹ ਪਰਮਾਤਮਾ ਦੇ ਚੰਗੇ ਮਾੜੇ ਕਰਮ ਜਾਂ ਦੁਨੀਆ ਦੇ ਲੇਖੇ ਜੋਖੇ ਤੋਲਦਾ ਹੈ ਨਾ, ਨਿਯਮ ਉਹ ਇਨਸਾਫ ਕਰਦਾ ਹੈ, ਜਿਸ ਤੱਕੜੀ ਨਾਲ ਉਹ ਪਰਮਾਤਮਾ ਇਨਸਾਫ ਕਰਦਾ ਉਹ ਤੱਕੜੀ ਵੀ ਅਮੁੱਲ ਹੈ ਤੇ ਜਿਹੜੇ ਵੱਟੇ ਹਨ ਉਹ ਵੀ ਅਮੁੱਲ ਹੈ। ਇਹਨੂੰ ਅਸਚਰਜਤਾ ਵਿੱਚ ਅਰਥ ਕਰਿਓ, ਬਾਹਰ ਮੁਖੀ ਨਾ ਕਰਿਓ, ਅਗੰਮੀ ਸੋਚ ਵਿੱਚ ਜਾ ਕੇ ਇਹਦੇ ਅਰਥ ਕਰਿਓ। ਤੱਕੜੀ ਵੀ ਅਮੁੱਲ ਹੈ ਤੇ ਮਹਾਰਾਜ ਕਹਿੰਦੇ ਉਹ ਵੱਟੇ ਵੀ ਅਮੁੱਲ ਹਨ ਜੀ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਉਹਦੀ ਬਖਸ਼ਿਸ਼ ਵੀ ਅਮੁੱਲ ਹੈ, ਜਿਹੜੀਆਂ ਉਹ ਰਹਿਮਤਾਂ ਵਰਸਾਉਂਦਾ ਉਹ ਵੀ ਅਮੁੱਲ ਹੈ। ਉਹਦੀ ਕਾਹਦੀ ਕੀਮਤ ਪੈ ਸਕਦੀ ਹੈ? ਉਹਦੀ ਵੀ ਕੀਮਤ ਨਹੀਂ ਪੈ ਸਕਦੀ। ਤੇ ਉਹਦੀਆਂ ਬਖਸ਼ਿਸ਼ਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਇਹ ਯਾਦ ਰੱਖਿਓ, ਬਖਸ਼ਿਸ਼ ਦੀਆਂ ਵੀ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਠੀਕ ਹੈ, ਕਿਸੇ ਨੂੰ ਘਰ ਮਿਲਿਆ, ਮਹਾਰਾਜ ਨੇ ਕਿਹਾ ਨਾ ਗਾਵੈ ਕੋ ਦਾਤ ਜਾਣੈ ਨਿਸ਼ਾਨ। ਉਹ ਜਿਹੜੀਆਂ ਦਾਤਾਂ ਦਿੰਦਾ ਹੈ ਨਾ, ਉਹ ਦਾਤਾਂ ਵੀ ਨਿਸ਼ਾਨੀ ਹਨ। ਫਿਰ ਉਹਦੀਆਂ ਕੋਈ ਘਰ ਮਿਲਿਆ, ਇਹ ਵੀ ਇੱਕ ਬਖਸ਼ਿਸ਼ ਦੀ ਨਿਸ਼ਾਨੀ ਹੈ। ਕਿਸੇ ਕੋਲ ਰੋਟੀ ਮਿਲੀ, ਜਿਸ ਨੂੰ ਅੰਨ ਮਿਲਿਆ, ਕਾਰਾਂ ਗੱਡੀਆਂ, ਚੰਗੀ ਨੌਕਰੀ ਮਿਲੀ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਕਿਸੇ ਨੂੰ ਦੁੱਖ ਤੇ ਭੁੱਖ ਮਿਲ ਗਈ, ਇਹ ਵੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਤੇ ਇਹ ਯਾਦ ਰੱਖਿਓ, ਸਭ ਤੋਂ ਵੱਡੀ ਬਖਸ਼ਿਸ਼, ਕਿਉਂਕਿ ਕਿਸੇ ਥੋੜੀ ਕਿਸੇ ਹੈ ਘਨੇਰੀ, ਇਹ ਤਾਂ ਗੱਲ ਹੈ ਨਾ। ਤੇ ਮੈਂ ਇਹਦੇ ਅਰਥ ਮਨ ਵਿੱਚ ਇੰਝ ਹੀ ਆਉਂਦੇ ਹੁੰਦੇ ਨੇ, ਜਿਸ ਨੂੰ ਘਰ ਪਰਿਵਾਰ ਗੱਡੀਆਂ ਕਾਰਾਂ ਬਖਸ਼ ਦਿੱਤੀਆਂ ਨਾ, ਉਹ ਵੀ ਬਖਸ਼ਿਸ਼ ਹੈ। ਪਰ ਘਨੇਰੀ ਬਖਸ਼ਿਸ਼, ਵੱਡੀ ਬਖਸ਼ਿਸ਼ ਇਹ ਹੈ ਵੀ ਜਿਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਗਿਆ, ਜਿਹੜੇ ਬੰਦੇ ਦੇ ਵਿੱਚ ਨਿਮਰਤਾ ਦਿਖ ਰਹੀ ਹੈ, ਜਿਹਦੇ ਅੰਦਰ ਹਿਰਦੇ 'ਚ ਦਇਆ ਦਿਖਦੀ ਪਈ ਹੈ, ਜਿਹੜਾ ਸੇਵਾ ਕਰਨ ਨਿਕਲਿਆ ਹੈ, ਜਿਹੜਾ ਸਿਮਰਨ ਵਿੱਚ ਜੁੜਿਆ, ਜੇ ਕੋਈ ਨਿਤਨੇਮ ਕਰ ਰਿਹਾ, ਇਹ ਨਿਸ਼ਾਨੀਆਂ ਨੇ ਉਹਦੀ ਬਖਸ਼ਿਸ਼ ਦੀਆਂ। ਜੇ ਕੋਈ ਬੈਠ ਕੇ ਸੁਰਤ ਜੋੜ ਕੇ ਨਿਤਨੇਮ ਕਰ ਰਿਹਾ ਨਾ, ਸਮਝੋ ਇਹ ਬਖਸ਼ਿਸ਼ ਹੈ ਪਰਮਾਤਮਾ ਦੀ। ਤੇ ਨਿਤਨੇਮ ਕਰਨਾ ਉਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਅੰਮ੍ਰਿਤ ਵੇਲੇ ਉੱਠਣਾ ਬਖਸ਼ਿਸ਼ ਦੀ ਨਿਸ਼ਾਨੀ ਹੈ। ਤੇ ਇਸੇ ਪ੍ਰਕਾਰ ਉਹ ਗੁਣਾਂ ਦਾ ਧਾਰਨੀ ਬਣ ਜਾਣਾ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਇਹ ਜਿਹੜੀਆਂ ਨਿਸ਼ਾਨੀਆਂ ਨੇ ਬਖਸ਼ਿਸ਼ ਦੀਆਂ, ਇਹ ਵੀ ਅਮੁੱਲ ਹਨ, ਇਹਦੀ ਵੀ ਕੀਮਤ ਨਹੀਂ ਪੈ ਸਕਦੀ। ਅਮੁੱਲ ਕਰਮ ਅਮੁੱਲ ਫੁਰਮਾਨ। ਹੁਣ ਕਰਮ ਵੀ ਪਰਾਇਵਾਚੀ ਸ਼ਬਦ ਹੈ, ਇਹਦਾ ਵੀ ਅਰਥ ਬਖਸ਼ਿਸ਼ ਹੀ ਬਣੇਗਾ ਤੇ ਫੁਰਮਾਨ ਦਾ ਅਰਥ ਹੁਕਮ। ਉਹਦਾ ਕਰਮ ਜੋ ਹੈ, ਰਹਿਮਤਾਂ ਜੋ ਹਨ, ਉਹ ਵੀ ਅਮੁੱਲ ਹਨ ਤੇ ਜਿਹੜਾ ਫੁਰਮਾਨ ਹੁਕਮ ਹੈ ਇਹ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਮੋਲਕ ਤੋਂ ਅਮੋਲਕ ਜਿਹੜਾ ਉਹ ਪਰਮਾਤਮਾ ਹੈ, ਅਮੋਲਕ ਹੀ ਅਮੋਲਕ, ਅਮੁੱਲੋ ਅਮੁੱਲ, ਅਮੋਲਕ ਹੀ ਅਮੋਲਕ ਜੋ ਪਰਮਾਤਮਾ ਹੈ, ਉਹਨੂੰ ਆਖਿਆ ਨਹੀਂ ਜਾ ਸਕਦਾ, ਉਹਨੂੰ ਕਹਿਆ ਨਹੀਂ ਜਾ ਸਕਦਾ। ਆਖ ਆਖ ਰਹੇ ਲਿਵ ਲਾਏ। ਇਸ ਪੰਕਤੀ ਦੇ ਅਰਥ ਦੋ ਢੰਗ ਨਾਲ ਕੀਤੇ ਜਾਂਦੇ ਨੇ।
ਇੱਕ ਤਾਂ ਇਹ ਅਰਥ ਕੀਤੇ ਜਾਂਦੇ ਨੇ ਵੀ ਉਸ ਅਮੋਲਕ ਨੂੰ ਆਖਿਆ ਨਹੀਂ ਜਾ ਸਕਦਾ, ਤੇ ਕਈ ਆਖਣ ਦਾ ਯਤਨ ਕਰਦੇ ਕਰਦੇ ਰਹਿ ਗਏ, ਥੱਕ ਗਏ, ਹਾਰ ਗਏ, ਪਰ ਉਹਨੂੰ ਆਖ ਨਹੀਂ ਸਕੇ। ਪਰ ਦੂਜੇ ਅਰਥ ਇਹ ਵੀ ਕੀਤੇ ਜਾ ਸਕਦੇ ਨੇ ਜਾਂ ਜਾਂਦੇ ਹਨ ਕਿ ਉਹ ਅਮੋਲਕ ਨੂੰ ਆਖਿਆ ਤਾਂ ਨਹੀਂ ਜਾ ਸਕਦਾ, ਸੰਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਇਹਦਾ ਇਹ ਮਤਲਬ ਨਹੀਂ ਵੀ ਉਹਨੂੰ ਆਖਣਾ ਨਹੀਂ ਜਾਂ ਉਹਨੂੰ ਜਪਣਾ ਨਹੀਂ। ਅਮੋਲਕ ਕਹਿ ਕੇ ਵੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਅਮੋਲਕ ਕਹਿਣ ਦਾ ਫਾਇਦਾ ਇਹ ਹੋਣਾ ਹੈ ਵੀ ਅਮੋਲਕ ਕਹਿ ਕੇ ਉਹਦੇ ਨਾਲ ਲਿਵ ਜੁੜ ਜੇਗੀ, ਉਹਦੇ ਨਾਲ ਧਿਆਨ ਜੁੜ ਜੇਗਾ, ਉਹਦੇ ਵਿੱਚ ਇੱਕਮਿਕ ਹੋ ਜਾਵਾਂਗੇ। ਜਿਵੇਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਸੀਂ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ, ਜਿਵੇਂ ਆਪਾਂ ਪਿੱਛੇ ਪੌੜੀ ਵਿਚਾਰੀ ਸੀ ਨਾ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ। ਜੇ ਨਦੀਆਂ ਸਮੁੰਦਰ ਨੂੰ ਤੁਰਦੀਆਂ ਨੇ ਤੇ ਸਮੁੰਦਰ ਦੇ ਵਿੱਚ ਅਭੇਦ ਹੁੰਦੀਆਂ ਨੇ, ਉਹ ਨਦੀਆਂ ਜਿਹੜੀਆਂ ਹਨ ਉਹ ਸਮੁੰਦਰ ਦੇ ਵਿੱਚ ਅਭੇਦ ਹੋ ਕੇ ਸੰਪੂਰਨ ਤੌਰ ਤੇ ਸਮੁੰਦਰ ਨੂੰ ਜਾਣ ਤਾਂ ਨਹੀਂ ਸਕਦੀਆਂ, ਪਰ ਸਮੁੰਦਰ 'ਚ ਅਭੇਦ ਤਾਂ ਹੋ ਹੀ ਗਈਆਂ ਨੇ ਨਾ। ਇਸੇ ਤਰ੍ਹਾਂ ਅਮੁੱਲ ਕਹਿ ਕੇ ਸੰਪੂਰਨ ਤੌਰ ਤੇ ਪ੍ਰਮਾਤਮਾ ਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਅਮੁੱਲ ਕਹਿ ਕੇ ਉਹਦੇ ਨਾਲ ਲਿਵਤਾ ਜੋੜੀ ਜਾਏਗੀ ਨਾ। ਮਹਾਰਾਜ ਕਹਿੰਦੇ ਨੇ, ਇਹ ਸਤਿਗੁਰੂ ਦਾ ਫਰਮਾਨ ਹੈ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਤੇ ਜਿਹੜੇ ਉਹਨੂੰ ਆਖਦੇ ਨੇ ਫਿਰ ਉਹ ਆਪਣੀ ਲਿਵ ਉਸ ਪ੍ਰਮਾਤਮਾ ਨਾਲ ਜੋੜ ਲੈਂਦੇ ਹਨ। ਆਖ ਹੈ ਵੇਦ ਪਾਠ ਪੁਰਾਣ। ਮਹਾਰਾਜ ਕਹਿੰਦੇ ਜਿਹੜੇ ਵੇਦਾਂ ਦੇ ਪਾਠ ਮੰਤਰ ਨੇ, ਪੁਰਾਣਾਂ ਦੇ ਪਾਠ ਨੇ, ਇਹ ਵੀ ਉਹਨੂੰ ਆਖਦੇ ਪਏ ਹਨ। ਆਖ ਹੈ ਪੜੇ ਕਰਹਿ ਵਖਿਆਣ। ਹੁਣ ਦੇਖੋ ਇਹ ਪ੍ਰਕਰਨ ਚੱਲ ਪਿਆ। ਪਹਿਲਾਂ ਮਹਾਰਾਜ ਨੇ ਕਹਿ ਦਿੱਤਾ ਵੀ ਉਹਦਾ ਮੁੱਲ ਨਹੀਂ ਪੈ ਸਕਦਾ, ਭਾਵੇਂ ਕੋਈ ਕਵੇ ਪਰ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਹੁਣ ਦੱਸਦੇ ਪਏ ਨੇ, ਉਹਨਾਂ ਬਾਰੇ ਦੱਸਦੇ ਪਏ ਨੇ ਜਿਹੜੇ ਉਹਨੂੰ ਆਖਣ ਦਾ ਯਤਨ ਕਰ ਰਹੇ ਨੇ। ਵੇਦਾਂ ਦੇ ਪਾਠ, ਪੁਰਾਣਾਂ ਦੇ ਪਾਠ ਉਹਨੂੰ ਆਖਦੇ ਪਏ ਨੇ, ਤੇ ਜਿਹੜੇ ਉਹਨਾਂ ਵੇਦਾਂ ਨੂੰ ਪੜ੍ਹਦੇ ਨੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ, ਵਖਿਆਨ ਕਰਦੇ ਨੇ, ਉਹ ਵੀ ਪਰਮਾਤਮਾ ਨੂੰ ਕਹਿੰਦੇ ਪਏ ਹਨ ਜੀ। ਆਖ ਹੈ ਬਰਮੇ ਆਖ ਹੈ ਇੰਦ। ਬ੍ਰਹਮੇ ਵਰਗੇ ਉਹਨੂੰ ਆਖਦੇ ਪਏ ਨੇ, ਇੰਦਰ ਵਰਗੇ ਉਹਨੂੰ ਆਖਣ ਦਾ ਯਤਨ ਕਰਦੇ ਪਏ ਹਨ। ਆਖ ਹੈ ਗੋਪੀ ਤੈ ਗੋਵਿੰਦ। ਗੋਪੀ ਕ੍ਰਿਸ਼ਨ ਜੀ ਦੀਆਂ ਗੋਪੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ, ਆਪਾਂ ਸੁਣਿਆ ਇਤਿਹਾਸ ਦੇ ਵਿੱਚ। ਇਸੇ ਤਰ੍ਹਾਂ ਗੋਵਿੰਦ ਦਾ ਅਰਥ ਇੱਥੇ ਪ੍ਰਮਾਤਮਾ ਨਹੀਂ, ਇੱਥੇ ਗੋਵਿੰਦ ਦਾ ਅਰਥ ਹੈ ਕ੍ਰਿਸ਼ਨ। ਮਹਾਰਾਜ ਕਹਿੰਦੇ ਕ੍ਰਿਸ਼ਨ ਤੇ ਉਹਦੀਆਂ ਗੋਪੀਆਂ ਵੀ ਉਸ ਪਰਮਾਤਮਾ ਨੂੰ ਆਖਣ ਦਾ ਯਤਨ ਕਰਦੇ ਹਨ ਜੀ। ਆਖ ਹੈ ਈਸਰ ਆਖ ਹੈ ਸਿੱਧ। ਸ਼ਿਵ ਜੀ ਉਹਨੂੰ ਆਖਦਾ ਪਿਆ ਹੈ, ਸਿੱਧ ਉਹਨੂੰ ਆਖਦੇ ਪਏ ਹਨ। ਆਖ ਹੈ ਕੀਤੇ ਕੀਤੇ ਬੁੱਧ। ਪਰਮਾਤਮਾ ਦੇ ਬਣਾਏ ਹੋਏ ਕਿੰਨੇ ਹੀ ਬੁੱਧ ਅਵਤਾਰ ਜੋ ਹਨ ਉਹ ਵੀ ਉਹਨੂੰ ਆਖਣ ਦਾ ਯਤਨ ਕਰਦੇ ਹਨ ਜੀ। ਆਖ ਹੈ ਦਾਨਵ ਆਖ ਹੈ ਦੇਵ। ਰਾਖਸ਼ ਉਹਨੂੰ ਆਖਦੇ ਪਏ ਨੇ, ਦੇਵਤੇ ਉਹਨੂੰ ਆਖਦੇ ਹਨ। ਆਖ ਹੈ ਸੁਰ ਨਰ ਮੁਨ ਜਨ ਸੇਵ। ਦੇਵਤੇ, ਮਨੁੱਖ, ਮੁਨੀ ਜਨ ਤੇ ਜਿਹੜੇ ਸੇਵਕ ਹਨ ਉਹ ਵੀ ਉਹਨੂੰ ਆਖਦੇ ਹਨ। ਕੀਤੇ ਆਖ ਹੈ ਆਖਣ ਪਾਹੇ। ਕਿੰਨੇ ਉਹਨੂੰ ਆਖਦੇ ਪਏ ਨੇ ਤੇ ਕਿੰਨੇ ਹੀ ਉਹਨੂੰ ਕਹਿਣ ਦਾ ਯਤਨ ਕਰਦੇ ਪਏ ਹਨ। ਕੀਤੇ ਕਹਿ ਕਹਿ ਉਠ ਉਠ ਜਾਹੇ। ਤੇ ਕਿੰਨੇ ਹੀ ਉਹਨੂੰ ਕਹਿਣ ਦਾ ਯਤਨ ਕਰ ਕਰਕੇ ਇੱਥੋਂ ਕੂਚ ਕਰ ਗਏ ਹਨ, ਕੂਚ ਕਰਦੇ ਜਾ ਰਹੇ ਹਨ। ਕੀਤੇ ਕੀਤੇ ਹੋਰ ਕਰੇ। ਹੁਣ ਆਹ ਗੱਲ ਸਮਝਿਓ। ਹੁਣ ਪਿੱਛੇ ਮਹਾਰਾਜ ਨੇ ਕਿਹਾ ਵੀ ਬੁੱਧ ਆਖਦੇ ਪਏ ਨੇ, ਸ਼ਿਵ ਜੀ ਉਹਨੂੰ ਆਖਦਾ ਪਿਆ, ਇੰਦਰ ਉਹਨੂੰ ਆਖਦਾ ਪਿਆ, ਸਿੱਧ ਆਖਦੇ ਪਏ ਨੇ, ਜਿਹੜੇ ਰਾਖਸ਼ ਨੇ ਉਹ ਵੀ ਉਹਨੂੰ ਆਖਦੇ ਪਏ ਨੇ। ਤੇ ਹੁਣ ਇੱਥੇ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਜੇ ਉਹ ਆਖਦੇ ਪਏ ਨੇ, ਕੀ ਉਹਨਾਂ ਨੇ ਮੁਕੰਮਲ ਤੌਰ ਤੇ ਰੱਬ ਨੂੰ ਬਿਆਨ ਕਰਤਾ? ਇਹਦਾ ਜਵਾਬ ਫਿਰ ਮਹਾਰਾਜ ਕਹਿੰਦੇ ਨੇ, ਮਹਾਰਾਜ ਕਹਿੰਦੇ ਜਿੰਨੀ ਸ੍ਰਿਸ਼ਟੀ ਹਜੇ ਤੱਕ ਬਣੀ ਹੈ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਤਾਂ ਚਲੋ ਆਖਦੀ ਹੀ ਪਈ ਹੈ। ਮਹਾਰਾਜ ਇਸ ਤੋਂ ਵੀ ਅਗਲੀ ਗੱਲ ਕਰਦੇ ਪਏ ਨੇ, ਏਤੇ ਕੀਤੇ ਹੋਰ ਕਰੇ। ਜਿੰਨੇ ਉਹਨੂੰ ਆਖਦੇ ਪਏ ਨੇ, ਕਿਉਂਕਿ ਉਹ ਵੀ ਸਾਡੇ ਜਿੰਨੇ ਹੁਣ ਆਖਦੇ ਪਏ ਨੇ ਉਹ ਵੀ ਗਿਣਤੀ ਮਿਣਤੀ 'ਚ ਨਹੀਂ ਆਉਂਦੇ। ਇਹ ਨਹੀਂ ਕਹਿ ਦਿੱਤਾ ਵੀ ਇੰਨੇ ਕੁ ਜਾਣੇ ਆਖਦੇ ਪਏ, ਕੇਤੇ ਸ਼ਬਦ ਵਰਤਿਆ, ਕਿੰਨੇ ਹੀ ਬੇਅੰਤ ਗਿਣਤੀ 'ਚ ਹੀ ਨਹੀਂ ਆਉਂਦੇ। ਆ ਜਿੰਨਾ ਕੁਝ ਹਜੇ ਤੱਕ ਬਣਿਆ ਹੈ ਆਦ ਕਾਲ ਤੋਂ ਲੈ ਕੇ, ਮਹਾਰਾਜ ਕਹਿੰਦੇ ਜੋ ਵੀ ਕੁਝ ਬਣਿਆ ਸਾਰੇ ਉਹਨੂੰ ਆਖਣ ਦਾ ਯਤਨ ਕਰਦੇ ਪਏ ਨੇ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਪੈ ਰਹੀ। ਮਹਾਰਾਜ ਕਹਿੰਦੇ ਇਹ ਛੱਡੋ, ਇੰਨੇ ਹੀ ਕਿਤੇ ਰੱਬ ਹੋਰ ਵੀ ਪੈਦਾ ਕਰ ਦਵੇ। ਜਿੰਨੇ ਉਹਨੂੰ ਆਖਦੇ ਪਏ ਨੇ ਨਾ, ਇੰਨੇ ਰੱਬ ਹੋਰ ਵੀ ਪੈਦਾ ਕਰ ਦਵੇ,
ਫਿਰ ਵੀ ਮਹਾਰਾਜ ਕਹਿੰਦੇ ਉਹ ਫਿਰ ਆਖ ਸਕਣਗੇ? ਅਗਲੀ ਪੰਕਤੀ ਵਿੱਚ ਉਹਦਾ ਜਵਾਬ ਦਿੰਦੇ ਹਨ, ਤਾ ਆਖ ਨਾ ਸਕਹਿ ਕੇਈ ਕੇ। ਮਹਾਰਾਜ ਕਹਿੰਦੇ ਜਿੰਨੇ ਇਸ ਸ੍ਰਿਸ਼ਟੀ ਦੇ ਵਿੱਚ ਆਦਿ ਕਾਲ ਤੋਂ ਉਹਨੂੰ ਆਖਦੇ ਪਏ ਨੇ, ਇਹ ਤਾਂ ਆਖਦੇ ਹੀ ਪਏ ਨੇ। ਇਹ ਛੱਡੋ, ਇਹ ਇੰਨੇ ਹੀ ਹੋਰ ਰੱਬ ਪੈਦਾ ਕਰ ਦਵੇ ਤੇ ਉਹ ਵੀ ਉਹਨੂੰ ਆਖਣ ਦਾ ਯਤਨ ਕਰਨ। ਮਹਾਰਾਜ ਕਹਿੰਦੇ ਤਾਂ ਵੀ ਉਸ ਪਰਮਾਤਮਾ ਨੂੰ ਆਖਿਆ ਨਹੀਂ ਜਾ ਸਕਦਾ, ਤਾਂ ਵੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਅਮੁੱਲ ਹੈ, ਉਹ ਕੀਮਤਾਂ ਤੋਂ ਪਰੇ ਹੈ, ਉਹ ਬਿਆਨਾਂ ਤੋਂ ਪਰੇ ਹੈ। ਤਾਂ ਆਖ ਨਾ ਸਕਹਿ ਕੇਈ ਕੇ, ਤਾਂ ਵੀ ਉਸ ਪਰਮਾਤਮਾ ਨੂੰ ਕੋਈ ਆਖ ਨਹੀਂ ਸਕਦਾ, ਕੋਈ ਕਹਿ ਨਹੀਂ ਸਕਦਾ। ਜੇ ਵੱਡ ਭਾਵੈ ਤੇ ਵੱਡ ਹੋਏ। ਜਿੱਡਾ ਵੱਡਾ ਉਹ ਪਰਮਾਤਮਾ ਹੋਣਾ ਚਾਹਵੇ ਉਹ ਹੋ ਜਾਂਦਾ ਹੈ, ਕਿਸੇ ਦੀ ਮਰਜ਼ੀ ਨਹੀਂ ਚੱਲਦੀ। ਹੁਣ ਇੱਥੇ ਅਰਥੇ ਦੇ ਇਹ ਨਾ ਕਰਿਓ ਵੀ ਮੰਨ ਲਓ ਕਿਸੇ ਦਾ ਜੇ ਉਹਦਾ ਕੱਦ 5 ਫੁੱਟ ਆ ਤੇ ਉਹ ਮਰਜ਼ੀ ਹੋ ਗਈ, ਉਹਨੇ 10 ਫੁੱਟ ਕਰ ਲਿਆ, ਇੰਜ ਨਹੀਂ। ਮਤਲਬ ਜੇ ਰੱਬ ਚਾਹਵੇ ਤੇ ਉਹ ਸੁੰਨ ਸਮਾਧੀਆਂ ਵਿੱਚ ਲੀਨ ਰਹਿੰਦਾ ਹੈ, ਤੇ ਰੱਬ ਚਾਹਵੇ ਤੇ ਉਹ ਕਰੋੜਾਂ ਬ੍ਰਹਿਮੰਡਾਂ ਜਿੰਨਾ ਆਕਾਰ ਬਣਾ ਲੈਂਦਾ ਹੈ। ਇਹ ਉਹਦੀ ਮਰਜ਼ੀ ਆ, ਉਹਨੇ ਆਪਦਾ ਆਕਾਰ ਕਿੱਡਾ ਕਰਨਾ ਹੈ। ਤੋ ਜਿੱਦਾਂ ਉਹ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਹੈ ਸਥੂਲ ਰੂਪ ਦੇ ਵਿੱਚ, ਸਰਗੁਣ ਸਰੂਪ ਦੇ ਵਿੱਚ, ਜਾਂ ਜਿਵੇਂ ਵੀ ਅਰਥ ਕਰੋ ਵੀ ਜਿੱਡਾ ਵੱਡਾ ਉਹ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਹੈ, ਇਹ ਉਹਦੀ ਮਰਜ਼ੀ ਹੈ, ਓਡਾ ਉਹ ਫਿਰ ਆਪਣੇ ਆਪ ਨੂੰ ਬਣਾ ਲੈਂਦਾ ਹੈ। ਨਾਨਕ ਜਾਣੈ ਸਾਚਾ ਸੋਇ। ਜੋ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ, ਆਪਣੇ ਆਪ ਬਾਰੇ ਤਾਂ ਉਹੀ ਜਾਣਦਾ ਹੈ, ਕੋਈ ਹੋਰ ਨਹੀਂ ਜਾਣ ਸਕਦਾ। ਜੇ ਕੋ ਆਖੈ ਬੋਲ ਵਿਗਾੜ। ਮਹਾਰਾਜ ਕਹਿੰਦੇ ਮੈਂ ਇਹ ਸਪਸ਼ਟ ਕਹਿ ਚੱਲਿਆ ਤੇ ਦਾਅਵੇ ਨਾਲ ਕਹਿ ਚੱਲਿਆ ਕਿ ਦੁਨੀਆ ਦੇ ਵਿੱਚ ਕੋਈ ਐਸਾ ਨਹੀਂ ਜਿਹੜਾ ਪਰਮਾਤਮਾ ਨੂੰ ਆਖ ਸਕਦਾ ਹੈ। ਪਰ ਫਿਰ ਵੀ ਜੇ ਕੋਈ ਦਾਅਵਾ ਕਰੇ, ਜੇ ਕੋਈ ਦਾਅਵਾ ਕਰੇ ਕਿ ਮੈਂ ਰੱਬ ਨੂੰ ਆਖਦਾ ਹੈ, ਮੈਂ ਉਹਨੂੰ ਬਿਆਨ ਕਰਤਾ ਹੈ, ਮਹਾਰਾਜ ਕਹਿੰਦੇ ਇਹ ਸ਼ਬਦ ਹੀ ਬੜਾ ਗੰਦਾ ਜੇ, ਇਹ ਸ਼ਬਦ ਹੀ ਵਿਗੜਿਆ ਹੋਇਆ ਸ਼ਬਦ ਹੈ, ਇਹ ਬਕਵਾਸ ਜੇ, ਬੋਲ ਵਿਗਾੜ ਹੈ ਇਹ। ਮਹਾਰਾਜ ਕਹਿੰਦੇ ਜੇ ਕੋਈ ਇਹ ਕਵੇ ਨਾ ਵੀ ਮੈਂ ਰੱਬ ਨੂੰ ਕਹਿਤਾ ਏ, ਇਹ ਤਾਂ ਵਿਗਾੜ ਬੋਲ ਹੈ, ਇਹ ਤਾਂ ਬਕਵਾਸ ਹੈ। ਤੇ ਐਵੇਂ ਦੀ ਬਕਵਾਸ ਮਾਰਨ ਵਾਲੇ ਨੂੰ ਮਹਾਰਾਜ ਨੇ ਫਿਰ ਕੀ ਆਖਿਆ ਹੈ ਜੀ? ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਮਹਾਰਾਜ ਕਹਿੰਦੇ ਉਹ ਗਵਾਰਾਂ ਸਿਰ ਗਵਾਰ, ਮੂਰਖਾਂ ਸਿਰ ਮੂਰਖ ਹੈ। ਜੇ ਕੋਈ ਕਵੇ ਨਾ ਵੀ ਮੈਂ ਰੱਬ ਨੂੰ ਬਿਆਨ ਕਰਤਾ ਜੀ, ਮੈਂ ਜੋ ਕਹਿਤਾ, ਮੈਂ ਉਹਦੀ ਕਥਾ ਕਰਤੀ ਆ ਨਾ, ਇਹ ਮੁਕੰਮਲ ਹੈ, ਇਹ ਪੂਰੀ ਹੈ, ਬਸ ਇਹਦੇ ਤੋਂ ਵੱਧ ਕੁਝ ਨਹੀਂ ਹੈਗਾ। ਮਹਾਰਾਜ ਕਹਿੰਦੇ ਐਵੇਂ ਦੀਆਂ ਗੱਲਾਂ ਕਰਨ ਵਾਲਾ ਟੌਪ ਦਾ ਮੂਰਖ ਜੇ। ਇੱਕ ਤਾਂ ਹੁੰਦਾ ਨਾ ਵੀ ਇਕੱਲਾ ਮੂਰਖ ਕਹਿ ਦੇਣਾ, ਇੱਕ ਮੂਰਖਾਂ ਦਾ ਟੌਪਰ। ਮਹਾਰਾਜ ਕਹਿੰਦੇ ਉਹ ਮੂਰਖਾਂ ਦਾ ਟੌਪਰ ਹੁੰਦਾ ਹੈ ਜਿਹੜਾ ਇਹ ਕਵੇ ਵੀ ਮੈਂ ਰੱਬ ਨੂੰ ਕਹਿਤਾ। ਤੋ ਇਹ ਜਿਹੜੇ ਪ੍ਰਕਰਨ ਚੱਲੀਆਂ ਪਿਛਲੇ 4 ਪੌੜੀਆਂ ਦੇ ਵਿੱਚ, ਇੱਥੇ ਮਹਾਰਾਜ ਨੇ ਇਹ ਹੀ ਸਾਨੂੰ ਸਮਝਾਇਆ ਹੈ ਕਿ ਭਾਈ ਉਹ ਪਰਮਾਤਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਇਸ ਤੋਂ ਅਗਲੀ ਪੌੜੀ ਜਿਹੜੀ ਉਹ ਵੀ ਬੜੀ ਗਹਿਰੀ ਹੈ ਤੇ ਜਪਜੀ ਸਾਹਿਬ ਦੀ ਸਭ ਤੋਂ ਲੰਬੇਰੀ ਪੌੜੀ ਹੈ। ਆਓ ਸਤ ਸੰਗਤ ਉਸ ਪੌੜੀ ਦੀ ਜਿਹੜੀ ਵਿਆਖਿਆ ਆਪਾਂ ਆਰੰਭ ਕਰਦੇ ਹਾਂ ਜੀ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਹੇ ਵਾਹਿਗੁਰੂ ਜੀ, ਉਹ ਤੇਰਾ ਦਰ ਕਿਹੜਾ ਹੈ, ਉਹ ਘਰ ਕਿਹੜਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਹੁਣ ਇਹਨੂੰ ਥੋੜ੍ਹਾ ਜਿਹਾ ਗਹਿਰਾਈ ਦੇ ਨਾਲ ਸਮਝਿਓ ਸਤ ਸੰਗਤ, ਹਾਲਾਂਕਿ ਇਹ ਬੜੀ ਡਿਟੇਲ ਮੰਗਦਾ ਹੈ। ਇੱਕ ਤਾਂ ਇਹ ਸਮਝ ਲਿਓ ਵੀ ਇਸ ਪੌੜੀ ਨੂੰ ਅਨੁਭਵ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਜੇ ਕੋਈ ਤੁਰੇਗਾ ਤੇ ਥੋੜ੍ਹਾ ਬਹੁਤ ਹੋ ਸਕਦਾ ਸਮਝ ਜਾਵੇ, ਦਾਵਾ ਕੋਈ ਨਹੀਂ। ਤੇ ਦੂਜੀ ਗੱਲ ਕਿ ਇਹ ਡਿਟੇਲ ਬਹੁਤ ਮੰਗਦਾ ਹੈ, ਥੋੜ੍ਹੇ ਜਿਹੇ ਸਮੇਂ 'ਚ ਇਹਦੀ ਪੂਰਨ ਵਿਆਖਿਆ ਨਹੀਂ ਹੋ ਸਕਣੀ। ਪਰ ਫਿਰ ਵੀ ਆਪਾਂ ਥੋੜ੍ਹਾ ਜਿਹਾ ਸਤਿਗੁਰੂ ਜੀ ਦੀ ਤਰਸ ਦੇ ਸਦਕਾ, ਰਹਿਮਤ ਦੇ ਸਦਕਾ ਆਪਾਂ ਥੋੜ੍ਹੀ ਜਿਹੀ ਇਹਦੀ, ਕਿਉਂਕਿ ਹੋਣੇ ਤਾਂ ਜ਼ਿਆਦਾਤਰ ਅੱਖਰੀ ਅਰਥ ਹੀ ਨੇ, ਪਰ ਥੋੜ੍ਹਾ ਜਿਹਾ ਭਾਵ ਆਪ ਜੀ ਦੇ ਸਨਮੁਖ ਮੈਂ ਦਾਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕਹਿਣ ਦਾ ਯਤਨ ਕਰਦਾ ਹਾਂ। ਹੁਣ ਇੱਥੇ ਜਿਹੜਾ ਹੈ ਵੀ ਸੋ ਦਰ ਕਿਹਾ, ਉਹ ਘਰ ਕਿਹੜਾ ਹੈ। ਇੱਕ ਤਾਂ ਇਹ ਸਮਝ ਲਿਓ ਸਾਧ ਸੰਗਤ ਵੀ ਇਹ ਸ਼ਬਦ ਜਿਹੜਾ, ਇਹ ਪੌੜੀ ਜਿਹੜੀ ਹੈ ਨਾ, ਇਹ ਬਚਨ ਜੋ ਹਨ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰੀ ਆਏ ਨੇ। ਇੱਕ ਤਾਂ ਆਪਾਂ ਆ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦੂਸਰੀ ਵਾਰ ਅਸੀਂ ਇਹੀ ਬਚਨ ਪੜ੍ਹਦੇ ਹਾਂ ਜਦੋਂ ਅਸੀਂ ਸ਼ਾਮ ਵੇਲੇ, ਸੰਧਿਆ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ, ਉਦੋਂ ਵੀ ਇਹ ਬਚਨ ਆਉਂਦੇ। ਥੋੜ੍ਹੇ ਜਿਹੇ ਚਲੋ ਪਾਠ ਭੇਦ ਮਿਲਦਾ ਹੈ, ਜਿਵੇਂ ਇੱਥੇ ਆ ਗਿਆ ਸੋ ਦਰ ਕਿਹਾ ਸੋ ਘਰ ਕਿਹਾ, ਉੱਥੇ ਆਵੇਗਾ ਸੋ ਦਰ ਤੇਰਾ ਕਿਹਾ, ਉੱਥੇ ਤੇਰਾ ਸ਼ਬਦ ਵਿੱਚ ਆ ਗਿਆ। ਥੋੜ੍ਹਾ ਜਿਹਾ ਪਾਠ ਭੇਦ ਮਿਲਦਾ ਹੈ। ਉਹ ਗੁਰੂ ਸਾਹਿਬ ਦੀ ਰਜ਼ਾ, ਉਹ ਗੁਰੂ ਜਾਣੇ ਕਿਉਂ, ਪਰ ਅਰਥ ਸਿਮਿਲਰ ਹੀ ਹੋਣਗੇ, ਅਰਥ ਸੇਮ ਹੀ ਹੋਣਗੇ।
ਤੋ 2 ਵਾਰੀ ਇਹ ਹੋ ਗਿਆ, ਇੱਕ ਵਾਰੀ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਆਉਂਦੇ ਨੇ, ਦੂਜੀ ਵਾਰ ਰਹਿਰਾਸ ਸਾਹਿਬ ਦੇ ਵਿੱਚ, ਤੇ ਤੀਸਰੀ ਵਾਰ ਇਹ ਆਸਾ ਰਾਗ ਜਦੋਂ ਆਏਗਾ ਉਹਦੇ 'ਚ ਵੀ ਇਹ ਬਚਨ ਆਉਂਦੇ ਨੇ। ਤੋ 3 ਵਾਰੀ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦੇ ਨੇ। ਤੇ ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ, ਜਿਵੇਂ ਆਪਾਂ ਆਰਤੀ ਦਾ ਪਾਠ ਕਰਦੇ ਆ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਹੁਣ ਉੱਥੇ ਵੇਖੋ ਸਤਿਗੁਰੂ ਜੀ ਨੇ ਇੱਕ ਬ੍ਰਹਮੰਡੀ ਆਰਤੀ ਦਾ ਗੱਲ ਕੀਤੀ ਆ। ਇੱਕ ਤਾਂ ਆਰਤੀ ਦੁਨੀਆ ਦੇ ਵਿੱਚ ਕਰਦੇ ਰਹੇ ਆ, ਹਰਿਦੁਆਰ ਗਏ ਸੀ ਮਹਾਰਾਜ, ਉੱਥੇ ਕਰਦੇ ਸੀ ਨਾ ਕਿ ਉਹ ਥਾਲ ਦੇ ਵਿੱਚ ਦੀਵੇ ਰੱਖ ਕੇ, ਰਤਨ ਜਵਾਹਰਤ ਫੁੱਲ ਰੱਖ ਕੇ, ਫਿਰ ਜੋਤ ਜਗਾ ਕੇ ਇੱਕ ਤਾਂ ਉਹ ਆਰਤੀ ਕਰਦੇ ਨੇ। ਤੇ ਉੱਥੇ ਮਹਾਰਾਜ ਨੇ ਉਪਦੇਸ਼ ਦਿੱਤਾ, ਭਲੇ ਉਹ ਰੱਬ ਦੇ ਵੱਲੋਂ ਹੀ ਬ੍ਰਹਮੰਡੀ ਆਰਤੀ ਹੋ ਰਹੀ ਹੈ। ਤੇ ਜਿਹੜੀ ਉਹ ਆਰਤੀ ਹੈ ਨਾ ਸਾਧ ਸੰਗਤ, ਉਹ ਬ੍ਰਹਮੰਡੀ ਆਰਤੀ ਹੈ। ਇਸੇ ਤਰ੍ਹਾਂ ਸਾਧ ਸੰਗਤ ਆਹ ਸ਼ਬਦ ਬ੍ਰਹਮੰਡੀ ਕੀਰਤਨ ਹੈ। ਇਹ ਬ੍ਰਹਿਮੰਡ ਦੇ ਵਿੱਚ ਇੱਕ ਕੀਰਤਨ ਹੋ ਰਿਹਾ। ਇੱਕ ਤਾਂ ਕੀਰਤਨ ਅਸੀਂ ਕਰਦੇ ਹਾਂ ਨਾ, ਇੱਕ ਕੀਰਤਨ ਪੂਰੀ ਕੁਦਰਤ ਖਲਕਤ ਦੇ ਵਿੱਚ ਹੋ ਹੀ ਜਾ ਰਿਹਾ, ਸੋ ਤੇ ਇਸੇ ਤੋਂ ਹੋ ਰਿਹਾ। ਤੋ ਇਹ ਬ੍ਰਹਮੰਡੀ ਕੀਰਤਨ ਦੀ ਵੀ ਗੱਲ ਹੋ ਰਹੀ ਹੈ। ਤੋ ਉਹ ਕਿਉਂਕਿ ਆਪਾਂ ਸਾਰੇ ਗਾਉਣ ਦੀਆਂ ਗੱਲਾਂ ਪੜ੍ਹਾਂਗੇ ਵੀ ਹਵਾ ਤੈਨੂੰ ਗਾਉਂਦੀ ਹੈ, ਧਰਤੀ ਤੈਨੂੰ ਗਾਉਂਦੀ ਹੈ, ਇਹ ਸਾਰੇ ਜੀਵ ਤੈਨੂੰ ਗਾਉਂਦੇ ਪਏ ਨੇ, ਉਹ ਗੱਲਾਂ ਪੜ੍ਹਾਂਗੇ। ਪਰ ਸਭ ਤੋਂ ਪਹਿਲਾਂ ਇੱਥੇ ਬਚਨ ਮਹਾਰਾਜ ਦਾ ਹੁੰਦਾ ਹੈ, ਸੋ ਦਰ ਕਿਹਾ। ਹੇ ਵਾਹਿਗੁਰੂ ਜੀ, ਉਹ ਦਰ ਕਿਹੜਾ ਹੈ ਤੇ ਉਹ ਘਰ ਕਿਹੜਾ ਹੈ ਜਿੱਥੇ ਬੈਠ ਕੇ ਤੂੰ ਸੰਭਾਲ ਕਰਦਾ ਹੈ। ਇੱਥੇ ਦੇਖੋ, ਜਦੋਂ ਗਹਿਰਾਈ ਦੇ ਨਾਲ ਜਾਵਾਂਗੇ ਨਾ, ਭਾਵ ਅਰਥ ਸੇਮ ਹੀ ਹੋਣਗੇ, ਪਰ ਇਹਦੇ ਅਰਥ ਜਿਹੜੇ ਵੱਖ-ਵੱਖ ਢੰਗ ਨਾਲ ਕੀਤੇ ਜਾਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ, ਤੇ ਉਹਨਾਂ ਨੇ ਅਰਥ ਇਹ ਕੀਤੇ ਆ ਵੀ ਉਹਨਾਂ ਨੇ ਇਹਨੂੰ ਸਵਾਲ ਰੂਪ 'ਚ ਨਹੀਂ ਲਿਆ। ਉਹਨਾਂ ਨੇ ਇੰਜ ਅਰਥ ਕੀਤੇ ਵੀ ਵਾਹਿਗੁਰੂ ਤੇਰਾ ਦਰ ਕਿੰਨਾ ਅਸਚਰਜ ਏ, ਤੇ ਤੇਰਾ ਘਰ ਕਿੰਨਾ ਅਸਚਰਜ ਏ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਉੱਥੇ ਉਹਨਾਂ ਨੇ ਸਵਾਲ ਰੂਪ 'ਚ ਨਹੀਂ ਲਿਆ, ਉੱਥੇ ਉਹਨਾਂ ਨੇ ਅਸਚਰਜਤਾ ਦੀ ਗੱਲ ਕਰ ਦਿੱਤੀ। ਤੇ ਬੜੇ ਗਹਿਰੇ ਅਰਥ ਨੇ ਇਹ। ਇੱਕ ਤਾਂ ਇਹ ਢੰਗ ਹੋ ਗਿਆ ਅਰਥ ਕਰਨ ਦਾ। ਦੂਜਾ, ਜਦੋਂ ਹੋਰ ਅਸੀਂ ਸਟੀਕਸ ਪੜ੍ਹਦੇ ਹਾਂ ਤੇ ਉਹਦੇ ਵਿੱਚ ਇੱਥੇ ਫਿਰ ਸਵਾਲ ਰੂਪ ਵਿੱਚ ਅਰਥ ਕੀਤੇ ਆ। ਤੇ ਜੇ ਸਵਾਲ ਰੂਪ 'ਚ ਇਹਦੇ ਅਰਥ ਹੈ, ਫਿਰ ਬਾਕੀ ਦਾ ਜਵਾਬ ਬਾਕੀ ਸਾਰੀਆਂ ਤੁਕਾਂ ਇਸ ਪੌੜੀ ਦੀਆਂ ਕਰਦੀਆਂ ਪਈਆਂ ਹਨ। ਤੋ ਭਾਵੇਂ ਉਹ ਸਵਾਲ ਰੂਪ 'ਚ ਕੀਤੇ ਆ, ਅੰਤਰੀਵ ਤੌਰ 'ਤੇ ਜਦੋਂ ਆਪਾਂ ਵਾਚਾਂਗੇ ਉਹਦੇ ਅਰਥ ਵੀ ਇਹ ਹੀ ਨਿਕਲਣਗੇ ਵੀ ਉਹ ਅਸਚਰਜਤਾ ਵਾਲੀ ਗੱਲ ਹੀ ਨਿਕਲੇਗੀ। ਉੱਥੇ ਵੀ ਫਿਰ ਸਵਾਲ ਖਤਮ ਹੋ ਜਾਂਦਾ। ਚਲੋ ਥੋੜ੍ਹੇ ਜਿਹੇ ਅਰਥ ਕਰਦੇ ਹਾਂ ਆਪਾਂ ਇਹਦੇ ਸਾਧ ਸੰਗਤ। ਉਹ ਦਰ ਕਿਹੜਾ ਹੈ, ਉਹ ਘਰ ਕਿਹੜਾ ਹੈ? ਕਿਉਂਕਿ ਇਹ ਗੱਲ ਸਮਝਿਓ ਸਾਧ ਸੰਗਤ, ਘਰ ਦੇ ਵਿੱਚ ਐਂਟਰ ਕਰਨਾ ਹੈ ਤੇ ਪਹਿਲਾਂ ਦਰਵਾਜ਼ਾ ਹੋਏਗਾ। ਦਰਵਾਜ਼ੇ ਦੇ ਰਾਹੀਂ ਘਰ 'ਚ ਐਂਟਰ ਕੀਤਾ ਜਾਂਦਾ। ਇਸੇ ਕਰਕੇ ਸਾਧ ਸੰਗਤ ਸਾਡੇ ਇੱਕ ਸ਼ਬਦ ਪ੍ਰਚਲਿਤ ਹੋਇਆ, ਗੁਰਦੁਆਰਾ, ਗੁਰੂ ਦਾ ਦੁਆਰ। ਆਮ ਤੌਰ 'ਤੇ ਕਈ ਸੱਜਣ ਸ਼ਬਦ ਵਰਤ ਦਿੰਦੇ ਆ ਗੁਰੂ ਘਰ, ਪਰ ਸਹੀ ਸ਼ਬਦ ਆ ਗੁਰਦੁਆਰਾ। ਗੁਰੂਦੁਆਰਾ ਕਿਉਂ ਹੈ? ਕਿਉਂਕਿ ਗੁਰੂ ਦੁਆਰ ਹੈ ਸਾਧ ਸੰਗਤ। ਕਿਉਂਕਿ ਉਸ ਦਰ ਦੇ ਜਦੋਂ ਅਸੀਂ ਸਤ ਸੰਗਤ ਵਿੱਚ ਬਹਿੰਦੇ ਹਾਂ ਨਾ, ਸਤ ਸੰਗਤ ਇੱਕ ਦਰਵਾਜ਼ਾ ਹੈ, ਤੇ ਸਤ ਸੰਗਤ ਦੇ ਰਾਹੀਂ ਫਿਰ ਵਾਹਿਗੁਰੂ ਘਰ 'ਚ ਅਭੇਦ ਹੋ ਜਾਈਦਾ। ਵਾਹਿਗੁਰੂ ਘਰ ਹੈ ਤੇ ਸਤ ਸੰਗਤ ਦਰ ਹੈ। ਇਸ ਕਰਕੇ ਸ਼ਬਦ ਗੁਰਦੁਆਰਾ ਵਰਤਿਆ ਜਾਂਦਾ ਹੈ ਵੀ ਜੇ ਉਸ ਦਰ 'ਤੇ ਜਾਵਾਂਗੇ, ਦਰ 'ਤੇ ਧਿਆਨ ਜੋੜਾਂਗੇ, ਫਿਰ ਉਸ ਦਰ ਦੇ ਰਾਹੀਂ ਅਸੀਂ ਵਾਹਿਗੁਰੂ ਘਰ ਦੇ ਵਿੱਚ ਅਭੇਦ ਹੋ ਜਾਵਾਂਗੇ। ਤੋ ਇੱਥੇ ਸਾਧ ਸੰਗਤ ਸਮਝ ਲਿਓ ਵੀ ਘਰ ਕੀ ਹੈ? ਉਹ ਜੋਤ ਰੂਪ ਪਰਮਾਤਮਾ ਜਿਹੜਾ ਘਟ ਘਟ ਵਿੱਚ ਸਮਾਇਆ ਹੋਇਆ ਹੈ ਨਾ, ਉਹ ਘਰ ਹੈ। ਤੇ ਦਰ ਕੀ ਹੈ? ਹੁਣ ਦਰ ਦੇ ਅਰਥ ਵੀ ਵੱਖ-ਵੱਖ ਮਿਲਦੇ ਨੇ। ਜਦੋਂ ਅਸੀਂ ਗੁਰਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ, ਜਿਤ ਦਰ ਵਸਹਿ ਕਵਣ ਦਰ ਕਹੀਐ, ਦਰਾਂ ਭੀਤਰ ਦਰ ਕਵਣ ਲਹੈ। ਹੇ ਪਰਮਾਤਮਾ, ਜਿਸ ਦਰ ਦੇ ਵਿੱਚ ਤੂੰ ਵਸਦਾ ਹੈ, ਸਭ ਦੀ ਸੰਭਾਲ ਕਰਦਾ ਹੈ, ਉਹ ਦਰ ਕਿਹੜਾ ਹੈ? ਤੇ ਇੱਥੇ ਸ਼ਬਦ ਆਇਆ ਦਰਾਂ ਭੀਤਰ। ਦਰਾਂ ਦੇ ਵਿੱਚ ਉਹ ਦਰਵਾਜ਼ਾ ਹੈ, ਦਰਵਾਜ਼ਿਆਂ ਵਿੱਚ ਉਹ ਦਰਵਾਜ਼ਾ ਹੈ। ਇਹ ਸਮਝਿਓ ਸਾਧ ਸੰਗਤ। ਹੁਣ ਘਰ ਦੇ ਦਰਵਾਜ਼ੇ ਇਹ ਦੋਨੇ ਆਪਸ ਦੇ ਵਿੱਚ ਬੜੇ ਲਿੰਕਡ ਨੇ। ਘਰ ਦੇ ਨਾਲ ਹੀ ਦਰਵਾਜ਼ਾ ਹੁੰਦਾ ਹੈ, ਇਹ ਵੱਖੋ ਵੱਖਰੀਆਂ ਚੀਜ਼ਾਂ ਨਹੀਂ ਹੈ। ਘਰ ਦੇ ਨਾਲ ਹੀ ਦਰਵਾਜ਼ਾ ਜੁੜਿਆ ਹੁੰਦਾ ਹੈ। ਬਸ ਆਹ ਗੱਲ ਧਿਆਨ ਰੱਖਣ ਯੋਗ ਆ ਵੀ ਦਰਵਾਜ਼ਾ ਆਊਗਾ ਤੇ ਘਰ 'ਚ ਐਂਟਰ ਕੀਤਾ ਜਾ ਸਕਦਾ। ਮੈਂ ਛੋਟੀ ਜਿਹੀ ਐਗਜ਼ਾਮਪਲ ਵੀ ਲੈ ਲਵਾਂ। ਮੰਨ ਲਓ ਇੱਥੇ ਆ ਵੇਖੋ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇ ਇੱਥੇ ਜੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਤੇ ਉਹ ਜਿਹੜਾ ਦਰਵਾਜ਼ਾ ਹੈ ਨਾ, ਉਹਦੇ ਰਾਹੀਂ ਹੀ ਐਂਟਰ ਕੀਤਾ ਜਾ ਸਕਦਾ ਹੈ। ਕਈ ਵਾਰੀ ਜੀਵ ਨੇੜੇ ਬਹੁਤ ਹੁੰਦਾ ਹੈ, ਪਰ ਜੇ ਉਹ ਘਰ ਦੇ ਦਰਵਾਜ਼ਾ ਨਹੀਂ ਉਹਨੇ ਲੱਭਿਆ ਤੇ ਉਹ ਨੇੜੇ ਹੋ ਕੇ ਵੀ ਘਰ 'ਚ ਐਂਟਰ ਨਹੀਂ ਕਰ ਪਾਉਂਦਾ। ਹੁਣ ਤੁਸੀਂ ਦੇਖੋ, ਉਹ ਦਰਵਾਜ਼ਾ ਫਿਰ ਵੀ ਇੱਥੋਂ ਦੂਰ ਹੈ ਥੋੜ੍ਹਾ, ਆਹ ਕੰਧ ਆਪਣੇ ਪਿੱਛੇ ਹੀ ਨਾਲ ਹੈ, ਤੇ ਕੋਈ ਮਨੁੱਖ ਕੰਧ ਦੇ ਪਿੱਛੇ ਖੜ੍ਹਾ ਹੋਵੇ। ਹੁਣ ਵੈਸੇ ਡਿਸਟੈਂਸ ਵਾਈਜ਼ ਦੇਖਿਆ ਜਾਵੇ ਤੇ ਜਿਹੜਾ ਕੰਧ ਦੇ ਨਾਲ ਪਿੱਛੇ ਜੁੜ ਕੇ ਖਲੋਤਾ ਹੈ, ਉਹ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਬੜੀ ਨੇੜੇ ਹੈ ਨਾ।
ਪਰ ਉਹ ਕੀ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਕਦਾ ਹੈ? ਹੁਣ ਠੀਕ ਹੈ, ਸੁਰਤ ਕਰਕੇ ਆਪਾਂ ਜਦੋਂ ਮਰਜ਼ੀ ਟੇਕ ਸਕਦੇ ਹਾਂ। ਮੈਂ ਸਿਰਫ ਸਮਝਣ ਵਾਸਤੇ ਉਦਾਹਰਨ ਲੈ ਰਿਹਾ ਵੀ ਅਸਥੂਲ ਰੂਪ ਦੇ ਵਿੱਚ ਸਰੀਰਕ ਤੌਰ 'ਤੇ ਇੱਥੇ ਸਾਹਮਣੇ ਆ ਕੇ ਮੱਥਾ ਟੇਕ ਸਕਦਾ ਹੈ? ਨਹੀਂ। ਜੇ ਟੇਕਣਾ ਪਹਿਲਾਂ ਉਹਨੂੰ ਦਰਵਾਜ਼ਾ ਲੱਭਣਾ ਪੈਣਾ ਹੈ, ਭਾਵੇਂ ਜਿੰਨਾ ਮਰਜ਼ੀ ਘੁੰਮ ਕੇ ਆਉਣਾ ਪਵੇ। ਇਸੇ ਤਰ੍ਹਾਂ ਸਾਧ ਸੰਗਤ ਇਹ ਗੱਲ ਸਮਝਿਓ, ਪਰਮਾਤਮਾ ਦਾ ਘਰ ਇੱਕ ਗੁਰੂ ਅੰਗਦ ਸਾਹਿਬ ਨੇ ਇਹ ਵੀ ਦੱਸਿਆ, ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤੋਂ ਦੀ ਕੋਠੀ ਹੈ, ਜਗਤੋਂ ਦਾ ਘਰ ਹੈ, ਅਤੇ ਪਰਮਾਤਮਾ ਦਾ ਟਿਕਾਣਾ ਇਸ ਘਰ ਦੇ ਵਿੱਚ ਹੈ। ਜਾਂ ਆਪਾਂ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਇਹ ਕੁਦਰਤ ਨੂੰ ਬਣਾ ਕੇ ਪਰਮਾਤਮਾ ਵਿੱਚ ਟਿਕਿਆ ਹੋਇਆ ਹੈ, ਤੋ ਇਹ ਕੁਦਰਤ ਉਹਦਾ ਘਰ ਹੈ ਅਤੇ ਘਰ ਦੇ ਵਿੱਚ ਉਹ ਆਪ ਟਿਕਿਆ ਹੋਇਆ। ਜੋਤ ਰੂਪ ਪਰਮਾਤਮਾ ਇਸ ਕੁਦਰਤ ਦੇ ਵਿੱਚ ਆਪ ਟਿਕਿਆ ਹੋਇਆ ਹੈ। ਪਰ ਤੁਸੀਂ ਦੇਖੋ, ਸਾਨੂੰ ਸਾਹਮਣੇ ਕੁਦਰਤ ਦਿਖਦੀ ਪਈ ਹੈ, ਰੁੱਖ ਦਿਖਦੇ ਪਏ, ਮਨੁੱਖ ਦਿਖਦੇ ਪਏ, ਕਿ ਸਾਨੂੰ ਰੱਬ ਦੇ ਦਰਸ਼ਨ ਹੋ ਜਾਂਦੇ ਆ? ਨਹੀਂ ਹੋ ਜਾਂਦੇ। ਕਿਉਂ? ਕਿਉਂਕਿ ਅਸੀਂ ਦਰਵਾਜ਼ਾ ਹੀ ਨਹੀਂ ਲੱਭਿਆ। ਉਂਝ ਅਸੀਂ ਬੜੀ ਨੇੜੇ ਆ ਰੱਬ ਦੇ। ਜਿਵੇਂ ਹੁਣ ਆ ਕੰਧ ਦੇ ਪਿੱਛੇ ਕੋਈ ਜੀਵ ਖਲੋਤਾ ਹੋਵੇ, ਹੈ ਬੜੀ ਨੇੜੇ, ਪਰ ਉਹਨੇ ਦਰਵਾਜ਼ਾ ਨਹੀਂ ਲੱਭਿਆ ਤੇ ਆ ਕੇ ਮੱਥਾ ਨਹੀਂ ਟੇਕ ਕੇ ਸਕਦਾ ਉਹ। ਇਸੇ ਤਰ੍ਹਾਂ ਰੱਬ ਸਾਡੇ 'ਚ ਵੀ ਵੱਸਦਾ ਹੈ, ਆ ਸਾਰੀ ਕੁਦਰਤ ਦੇ ਵਿੱਚ ਹੀ ਵੱਸਦਾ, ਕਿਉਂਕਿ ਇਹੀ ਤਾਂ ਉਹਦਾ ਘਰ ਹੈ। ਪਰ ਅਸੀਂ ਉਹਦੇ ਦਰਸ਼ਨ ਕਿਉਂ ਨਹੀਂ ਕਰ ਪਾਉਂਦੇ? ਕਿਉਂਕਿ ਉਹ ਜੋਤ ਰੂਪ ਪਰਮਾਤਮਾ ਦੇ ਦਰਸ਼ਨ ਕਰਨ ਲਈ ਉਸ ਦਰਵਾਜ਼ੇ 'ਚੋਂ ਲੰਘਣਾ ਪੈਣਾ ਹੈ, ਅਤੇ ਉਹ ਦਰਵਾਜ਼ਾ ਹੀ ਨਹੀਂ ਅਸੀਂ ਲੱਭਦੇ ਪਏ। ਇਸ ਕਰਕੇ ਉਹ ਦਰਵਾਜ਼ਾ ਸਮਝਣ ਦਾ ਯਤਨ ਕਰਿਓ। ਆਹ ਦੇਖੋ, ਇਹ ਸਰੀਰ ਦੇ 9 ਦਰਵਾਜ਼ੇ ਦੱਸੇ ਜਾਂਦੇ ਨੇ। ਅੱਖਾਂ ਹੋ ਗਈਆਂ, ਕੰਨ ਹੋ ਗਏ, ਨੱਕ ਹੋ ਗਿਆ, ਇਹ 9 ਦਰਵਾਜ਼ੇ ਸਰੀਰ ਦੇ ਨੇ ਨਾ। ਅਤੇ ਇਹਨਾਂ 9 ਦਰਵਾਜ਼ਿਆਂ ਦੇ ਰਾਹੀਂ ਸਾਡਾ ਸੰਬੰਧ ਜਿਹੜਾ ਹੈ ਇਸ ਕੁਦਰਤ ਦੇ ਨਾਲ ਬਣਦਾ ਹੈ। ਅੱਖਾਂ ਦੇ ਨਾਲ ਅਸੀਂ ਰੁੱਖ ਦੇਖ ਸਕਦੇ ਹਾਂ, ਕੰਨਾਂ ਤੋਂ ਆਵਾਜ਼ ਸੁਣ ਸਕਦੇ ਹਾਂ, ਨੱਕ ਦੇ ਰਾਹੀਂ ਕੋਈ ਸੁਗੰਧੀ ਲੈ ਸਕਦੇ ਹਾਂ, ਜ਼ੁਬਾਨ ਦੇ ਰਾਹੀਂ ਕੁਝ ਅਸੀਂ ਸਵਾਦ ਚੱਖ ਸਕਦੇ ਜਾਂ ਬੋਲ ਸਕਦੇ ਹਾਂ। ਤਾਂ ਇਹਨਾਂ 9 ਦਰਵਾਜ਼ਿਆਂ ਦੇ ਰਾਹੀਂ ਬਾਹਰੀ ਤੌਰ 'ਤੇ ਸੰਸਾਰ ਦੇ ਨਾਲ ਸੰਬੰਧ ਬਣ ਜਾਂਦਾ ਹੈ। ਪਰ ਇਹ ਧਿਆਨ ਰੱਖਿਓ ਵੀ ਹੁਣ ਉਹ ਦਰਵਾਜ਼ਾ ਕਿਹੜਾ ਹੈ? ਜਿਸ ਦਰਵਾਜ਼ੇ 'ਚ ਐਂਟਰ ਕਰਕੇ ਉਸ ਘਰ ਦੇ ਦਰਸ਼ਨ ਹੋ ਜਾਂਦੇ ਨੇ, ਉਹ ਦਰਵਾਜ਼ਾ ਹੈ ਦਸਮ ਦੁਆਰ। ਪਰ ਦਸਮ ਦੁਆਰ ਦੇ ਅਰਥ ਸਾਧ ਸੰਗਤ, ਹੁਣ ਕਈ ਵਾਰੀ ਕੀ ਹੁੰਦਾ ਵੀ ਅਸੀਂ ਇਹ ਬਚਨ ਤਾਂ ਪੜ੍ਹ ਲੈਂਦੇ ਗੁਰੂ ਗ੍ਰੰਥ ਸਾਹਿਬ 'ਚੋਂ, ਪਰ ਇਹਦੇ ਅਰਥ ਕਿਸੇ ਹੋਰ ਮੱਤ ਵਿੱਚੋਂ ਕਰਦੇ ਹਾਂ। ਨਹੀਂ ਸਾਧ ਸੰਗਤ, ਇਸ ਤਰ੍ਹਾਂ ਨਹੀਂ ਕਰਨਾ। ਇਹਦੇ ਅਰਥ ਵੀ ਫਿਰ ਗੁਰਬਾਣੀ 'ਚੋਂ ਹੀ ਕਰਨੇ ਪੈਣਗੇ। ਅਤੇ ਸਤਿਗੁਰੂ ਜੀ ਕਹਿੰਦੇ ਉਹ ਦਰ ਕਿੱਥੇ ਆ? ਦਰਾਂ ਭੀਤਰ ਦਰ ਕਵਣ ਲਹਿ, ਦਰਵਾਜ਼ਿਆਂ 'ਚ ਹੀ ਉਹ ਦਰਵਾਜ਼ਾ ਹੈ। ਅਤੇ ਉਹ ਪ੍ਰੋਫੈਸਰ ਸਾਹਿਬ ਸਿੰਘ ਨੇ ਉਸ ਦੁਆਰ ਦੇ ਅਰਥ ਕੀਤੇ ਆ ਵੀ ਦਸਮ ਦੁਆਰ ਉਹ ਅਵਸਥਾ ਏ ਜਦੋਂ ਮਨੁੱਖ ਇਹਨਾਂ 9 ਦਰਵਾਜ਼ਿਆਂ ਤੋਂ ਉੱਪਰ ਉੱਠ ਜਾਂਦਾ ਹੈ। ਹੁਣ ਇੱਥੇ ਗੱਲ ਸਮਝ ਲੱਗੂਗੀ, ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਿਓ। ਜੇ ਧਿਆਨ 9 ਦਰਵਾਜ਼ਿਆਂ ਤੱਕ ਹੀ ਸੀਮਤ ਰਹਿ ਗਿਆ, ਫਿਰ ਸਾਨੂੰ ਇਹ ਕੁਦਰਤ ਦੇ ਵਿੱਚ ਰੁੱਖ ਦਿਖਣਗੇ, ਜੀਵ ਦਿਖਣਗੇ, ਪਸ਼ੂ ਪੰਛੀ ਦਿਖਣਗੇ, ਪਰ ਇਸ ਕੁਦਰਤ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਨਹੀਂ ਦਿਖੇਗਾ। ਹੁਣ ਹੈ ਬੜੀ ਨੇੜੇ, ਪਰ ਉਹ ਅਸਲ ਦਰਵਾਜ਼ੇ ਤੱਕ ਨਹੀਂ ਨਾ ਪਹੁੰਚੇ। ਸਾਡਾ ਜਿਹੜੇ ਸੰਬੰਧ ਸਿਰਫ 9 ਦਰਵਾਜ਼ਿਆਂ ਤੱਕ ਹੀ ਰਹਿ ਗਿਆ। ਸਾਡਾ ਧਿਆਨ ਸਿਰਫ 9 ਦਰਵਾਜ਼ਿਆਂ ਤੱਕ ਸੀਮਤ ਰਹਿ ਗਿਆ, ਉਸ ਦਰ ਤੱਕ ਨਹੀਂ ਪਹੁੰਚੇ, ਅਤੇ ਕੁਦਰਤ ਦੇ ਵਿੱਚ ਵਸਦੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਭਾਵੇਂ ਹੈ ਬੜੀ ਨੇੜੇ। ਜੇ ਧਿਆਨ 9 ਦਰਵਾਜ਼ਿਆਂ ਤੱਕ ਸੀਮਤ ਰਹਿ ਗਿਆ, ਸਾਨੂੰ ਰੁੱਖ ਦਿਖਣਗੇ, ਪੰਛੀ ਦਿਖਣਗੇ, ਮਨੁੱਖ ਦਿਖਣਗੇ, ਇਹ ਭਾਵ ਇਹ ਵਖਰੇਵੇਂ ਦਿਖਦੇ ਰਹਿਣਗੇ, ਵੱਖ-ਵੱਖ ਕੈਟਾਗਰੀਜ਼ ਦਿਖਦੀਆਂ ਰਹਿਣਗੀਆਂ। ਪਰ ਜੇ ਧਿਆਨ 9 ਦਰਵਾਜ਼ਿਆਂ ਤੋਂ ਉੱਪਰ ਉੱਠ ਗਿਆ, ਫਿਰ ਸਾਧ ਸੰਗਤ ਸਾਨੂੰ ਰੁੱਖ ਨਹੀਂ ਦਿਖਣਗੇ, ਮਨੁੱਖ ਨਹੀਂ ਦਿਖਣਗੇ, ਜੀਵ ਨਹੀਂ ਦਿਖਣਗੇ, ਫਿਰ ਉਹਨਾਂ ਵਿੱਚ ਵੱਸਦਾ ਹੋਇਆ ਪਰਮਾਤਮਾ ਹੀ ਦਿਖੇਗਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਨੂੰ ਸਾਰਿਆਂ 'ਚ ਵਾਹਿਗੁਰੂ ਹੀ ਦਿਖਦਾ ਪਿਆ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਹੁਣ ਉੱਥੇ ਉਹਦਾ ਮਤਲਬ ਧਿਆਨ ਉਹਨਾਂ ਦਾ 9 ਦਰਵਾਜ਼ਿਆਂ ਤੋਂ ਉੱਪਰ ਉੱਠ ਗਿਆ। ਜੇ ਤਾਂ ਧਿਆਨ 9 ਦਰਵਾਜ਼ਿਆਂ ਤੱਕ ਰਹਿ ਗਿਆ, ਫਿਰ ਤਾਂ ਆ ਸਥੂਲ ਰੂਪ ਦੇ ਵਿੱਚ ਕੁਝ ਦਿਖ ਰਿਹਾ, ਬਸ ਇਹੀ ਦਿਖੇਗਾ। ਜੇ ਧਿਆਨ ਇਹਦੇ ਤੋਂ ਉੱਪਰ ਉੱਠ ਗਿਆ ਸਾਧ ਸੰਗਤ, ਫਿਰ ਉਹੀ ਲੋਕ, ਉਹੀ ਸੱਜਣ, ਪਿਆਰੇ ਸੱਜਣ ਬੋਲ ਕੇ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ। ਫਿਰ ਉਹੀ ਬੋਲ ਕੇ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਤੋ ਇੱਕ ਅਰਥ ਇਹ ਕਰਨੇ ਨੇ ਵੀ ਉਹ ਦਰ ਕੀ ਹੈ? ਇਹ ਦਰ ਉਹ ਅਵਸਥਾ ਹੈ ਜਦੋਂ ਧਿਆਨ 9 ਦਰਵਾਜ਼ਿਆਂ ਤੋਂ ਉੱਪਰ ਉੱਠ ਗਿਆ, ਉਹਨੂੰ ਦਸਮ ਦੁਆਰ ਵੀ ਕਹਿ ਦਿੰਦੇ ਆ। ਉਹ ਦਰਵਾਜ਼ਾ ਹੈ। ਅਤੇ ਘਰ ਕੀ ਹੈ? ਉਹ ਜੋਤ ਰੂਪ ਪਰਮਾਤਮਾ। ਤੋ ਜੇ ਉਹ ਜੋਤ ਰੂਪ ਪਰਮਾਤਮਾ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਉਹਦੇ ਨਾਲ ਸਾਂਝ ਪਾਉਣੀ ਹੈ, ਅਤੇ ਧਿਆਨ ਨੂੰ 9 ਦਰਵਾਜ਼ਿਆਂ ਤੋਂ ਉੱਪਰ ਚੁੱਕਣਾ ਪੈਣਾ। ਇੱਕ ਤਾਂ ਇਹ ਗੱਲ ਹੋ ਗਈ।
ਦੂਜੀ ਗੱਲ, ਜਿਹੜੇ ਦਰ ਦੇ ਅਰਥ ਕੀਤੇ ਜਾਂਦੇ ਉਹ ਕੀਤੇ ਜਾਂਦੇ ਵੀ ਸ਼ਬਦ ਦਰ ਹੈ, ਪ੍ਰਕਾਸ਼ ਰੂਪ ਜੋ ਪਰਮਾਤਮਾ ਹੈ ਉਹ ਕਾਰ ਹੈ, ਤੇ ਉਹ ਸ਼ਬਦ ਘਟ ਘਟ ਵਿੱਚ ਵੱਜਦਾ ਪਿਆ। ਇਸੇ ਪੌੜੀ ਦੇ ਵਿੱਚ ਵੀ ਆਪਾਂ ਪੜਾਂਗੇ ਵੀ ਉਹਨੂੰ ਗਾ ਰਹੇ ਨੇ ਤੇ ਉਹਦੇ ਵਾਜੇ ਜਿਹੜੇ ਵੱਜਦੇ ਪਏ ਨੇ, ਉਹਦਾ ਸ਼ਬਦ ਵੱਜਦਾ ਪਿਆ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜਹ ਦੇਖਾਂ ਤੈ ਸੋਈ। ਘਟ ਘਟ ਵਿੱਚ ਉਹਦਾ ਸ਼ਬਦ ਵੱਜਦਾ ਪਿਆ ਹੈ। ਜਿਵੇਂ ਘਰ 'ਚ ਐਂਟਰ ਕਰਨਾ ਹੈ, ਪਹਿਲਾਂ ਦਰਵਾਜ਼ਾ ਆਊਗਾ ਫਿਰ ਘਰ 'ਚ ਐਂਟਰ ਕਰਾਂਗੇ। ਇਸੇ ਤਰ੍ਹਾਂ ਸਾਧ ਸੰਗਤ, ਪਹਿਲਾਂ ਜਦੋਂ ਅਸੀਂ ਅਭਿਆਸ ਕਰਾਂਗੇ ਨਾ, ਅਭਿਆਸ ਕਾਹਦਾ ਕਰਨਾ ਹੈ? ਕਰਨਾ ਉਸੇ ਸ਼ਬਦ ਦਾ ਹੀ ਹੈ, ਪਰ ਉਹ ਸ਼ਬਦ ਜਿਹੜਾ ਪ੍ਰਤੱਖ ਰੂਪ 'ਚ ਮੇਰੇ ਗੁਰਾਂ ਨੇ ਪ੍ਰਗਟ ਕਰਤਾ ਹੈ। ਇੱਕ ਤਾਂ ਘਟ ਘਟ 'ਚ ਵੱਸਦਾ ਪਿਆ, ਇਹਦੀ ਵਿਚਾਰ ਆਪਾਂ ਪਿੱਛੇ ਕੀਤੀ ਡਿਟੇਲ 'ਚ, ਤੇ ਉਹਨੂੰ ਅੱਖਰ ਦੇ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰ ਦਿੱਤਾ। ਉਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਗੁਰਬਾਣੀ ਦਾ ਅਭਿਆਸ ਕਰ ਕਰਕੇ ਜੀਵਨ 'ਚ ਕਮਾ ਕਮਾ ਕੇ ਰਜਾ ਨੂੰ ਮੰਨ ਮੰਨ ਕੇ ਫਿਰ ਸਭ ਤੋਂ ਪਹਿਲਾਂ ਸਾਨੂੰ ਉਹ ਸ਼ਬਦ ਸੁਣਾਈ ਦੇਵੇਗਾ। ਪਹਿਲਾਂ ਦਰਵਾਜ਼ਾ ਆਏਗਾ ਨਾ, ਤੇ ਜਦੋਂ ਸ਼ਬਦ ਸੁਣਿਆ ਫਿਰ ਉਹ ਪ੍ਰਕਾਸ਼ ਰੂਪ ਪਰਮਾਤਮਾ ਦੇ ਨਾਲ ਸਾਂਝ ਪੈ ਜਾਏਗੀ। ਤੋ ਇਹ ਦਰਵਾਜ਼ਾ ਹੈ ਤੇ ਇਹ ਘਰ ਹੈ ਸਾਧ ਸੰਗਤ। ਇਹਨੂੰ ਇੰਜ ਸਮਝਣ ਦਾ ਯਤਨ ਕਰਨਾ ਹੈ। ਪਰ ਇੱਥੇ ਵੀ ਅੰਤਰੀਵ ਤੌਰ 'ਤੇ ਵਿਸਮਾਦਤਾ ਹੀ ਆਏਗੀ ਕਿ ਭਾਵੇਂ ਕਹਿ ਤਾਂ ਰਹੇ ਹਾਂ, ਪਰ ਉਹ ਸ਼ਬਦ ਨੂੰ ਕਿਵੇਂ ਬਿਆਨ ਕਰੀਏ? ਬੜੀ ਅਸਚਰਜਤਾ ਹੈ ਨਾ। ਉਹ ਜੋਤ ਰੂਪ ਪਰਮਾਤਮਾ ਕਿਵੇਂ ਟਿਕਿਆ ਹੋਇਆ, ਕਿਵੇਂ ਬਿਆਨ ਕਰੀਏ? ਕਿੰਨੀ ਅਸਚਰਜ ਗੱਲ ਹੈ। ਇਸ ਕਰਕੇ ਇਹੀ ਕਹਿਣਾ ਫੱਬਦਾ ਹੈ, ਹੇ ਵਾਹਿਗੁਰੂ ਤੇਰਾ ਕੈਸਾ ਅਸਚਰਜ ਦਰ ਹੈ, ਕੈਸਾ ਅਸਚਰਜ ਘਰ ਹੈ, ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਣ ਹਾਰੇ। ਫਿਰ ਹੁਣ ਮਹਾਰਾਜ ਜੀ ਅਗਲੀਆਂ ਸਾਰੀਆਂ ਤੁਕਾਂ ਦੇ ਵਿੱਚ ਫਿਰ ਇਹਦੀ ਡਿਟੇਲ ਦਿੰਦੇ ਨੇ ਕਿ ਕਿਵੇਂ ਫਿਰ ਉਹ ਬ੍ਰਹਮੰਡੀ ਕੀਰਤਨ ਹੋ ਰਿਹਾ, ਕਿਵੇਂ ਉਹ ਸ਼ਬਦ ਵੱਜਦੇ ਨੇ, ਕਿਵੇਂ ਉਹਨੂੰ ਗਾਇਆ ਜਾ ਰਿਹਾ ਹੈ। ਕਿਉਂਕਿ ਘਟ ਘਟ ਦੇ ਵਿੱਚ ਇੱਕ ਜੀਵਨ ਰੌਂ ਚੱਲ ਰਹੀ ਹੈ। ਘਟ ਘਟ ਦੇ ਵਿੱਚੋਂ ਇੱਕ ਸ਼ਬਦ ਚੱਲਦਾ ਪਿਆ। ਮਹਾਰਾਜ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ, ਹੇ ਵਾਹਿਗੁਰੂ ਕੈਸਾ ਤੇਰਾ ਅਸਚਰਜ ਦਰ ਹੈ, ਕੈਸਾ ਤੇਰਾ ਅਸਚਰਜ ਘਰ ਹੈ। ਤੇਰੇ ਉਸ ਅਸਚਰਜ ਘਰ ਦੇ ਵਿੱਚ ਕਿੰਨੇ ਹੀ ਅਣਗਿਣਤ ਨਾਦ ਪਏ ਵੱਜਦੇ ਨੇ, ਕਿੰਨੇ ਹੀ ਵਾਜੇ ਹਨ, ਤੇ ਕਿੰਨੇ ਹੀ ਉਹਨੂੰ ਵਾਵਨਹਾਰੇ ਭਾਵ ਵਜਾਉਣ ਵਾਲੇ ਹਨ। ਕੇਤੇ ਰਾਗ ਭਰੀ ਸਿਓ ਕਹੀਨ, ਕੇਤੇ ਗਾਵਣ ਹਾਰੇ। ਕਿੰਨੇ ਹੀ ਰਾਗ ਆਪਣੀਆਂ ਰਾਗਨੀਆਂ ਦੇ ਸਮੇਤ ਆਖੇ ਜਾਂਦੇ ਨੇ, ਤੇ ਕਿੰਨੇ ਹੀ ਉਹਨੂੰ ਗਾਉਣ ਵਾਲੇ ਗਾਉਂਦੇ ਪਏ ਨੇ। ਹਾਲਾਂਕਿ ਇੱਥੇ ਹਰ ਇੱਕ ਤੁਕ ਡਿਟੇਲ ਮੰਗਦੀ, ਪਰ ਕਿਉਂਕਿ ਹੁਣ ਸਮਾਂ ਬਹੁਤ ਹੋ ਗਿਆ, ਅੱਜ ਆਪਾਂ ਅੱਖਰੀ ਅਰਥੀ ਕਰਨੇ ਆ ਸਾਧ ਸੰਗਤ। ਰਾਗ ਪਰੀ ਸਿਓ, ਪਰੀ ਦਾ ਅਰਥ ਉਹਨਾਂ ਰਾਗਾਂ ਦੀਆਂ ਪਰੀਆਂ, ਉਹਨਾਂ ਰਾਗਾਂ ਦੀਆਂ ਇਸਤਰੀਆਂ, ਰਾਗਣੀਆਂ। ਰਾਗ ਰਾਗਣੀਆਂ, ਰਾਗਾਂ ਦਾ ਵੀ ਇੱਕ ਪਰਿਵਾਰ ਦੱਸਿਆ ਜਾਂਦਾ ਹੈ। ਪਰਿਵਾਰ ਤੋਂ ਭਾਵ ਕੀ ਹੈ ਕਿ ਇੱਕ ਰਾਗ ਦੂਜੇ ਰਾਗ ਜਾਂ ਰਾਗਣੀ ਨਾਲ ਮਿਲ ਕੇ ਫਿਰ ਹੋਰ ਰਾਗਾਂ ਦਾ ਜਨਮ ਹੁੰਦਾ ਹੈ। ਤੋ ਇਸ ਤਰ੍ਹਾਂ ਰਾਗਾਂ ਦਾ ਵੀ ਇੱਕ ਪਰਿਵਾਰ ਹੁੰਦਾ। ਜਿਵੇਂ ਭੈਰੋ ਰਾਗ ਦੀਆਂ 5 ਰਾਗਣੀਆਂ ਨੇ ਉਦਾਹਰਨ ਦੇ ਤੌਰ ਤੇ, ਇਸੇ ਤਰ੍ਹਾਂ ਸਾਧ ਸੰਗਤ ਮਹਾਰਾਜ ਕਹਿੰਦੇ ਕਿੰਨੇ ਹੀ ਤੇਰੇ ਰਾਗ ਆਖੇ ਜਾਂਦੇ ਹਨ ਰਾਗਣੀਆਂ ਦੇ ਸਮੇਤ, ਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਵੀ ਕਿੰਨੇ ਹੀ ਹਨ। ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਹੇ ਵਾਹਿਗੁਰੂ ਜੀ ਕੈਸਾ ਤੇਰਾ ਅਸਚਰਜ ਘਰ ਹੈ, ਜਿੱਥੇ ਤੈਨੂੰ ਹਵਾ ਵੀ ਗਾਉਂਦੀ ਪਈ ਹੈ, ਪਾਣੀ ਵੀ ਗਾਉਂਦਾ ਪਿਆ ਹੈ, ਅੱਗ ਵੀ ਗਾਉਂਦੀ ਪਈ ਹੈ, ਤੇ ਤੇਰੇ ਦੁਆਰ ਤੇ ਬੈਠਾ ਧਰਮਰਾਜ ਵੀ ਤੈਨੂੰ ਗਾ ਰਿਹਾ ਹੈ। ਇੱਥੇ ਵੀ ਅਰਥ ਦੇਖੋ ਸਾਧ ਸੰਗਤ, ਫੇਰ ਗੱਲ ਕਹੀਏ ਵੀ ਭਾਵ ਅਰਥ ਸੇਮ ਹੀ ਨਿਕਲੇਗਾ, ਪਰ ਦੋ ਢੰਗ ਨਾਲ ਕੀਤੇ ਜਾਂਦੇ ਨੇ। ਇੱਕ ਤਾਂ ਤੁਸੀਂ ਭਰੋਸਾ ਕਰਿਓ ਕਿ ਅਦ੍ਰਿਸ਼ਟ ਤੌਰ 'ਤੇ ਹਵਾ ਵੀ ਉਹਨੂੰ ਗਾ ਰਹੀ ਹੈ, ਭਾਵੇਂ ਸਾਨੂੰ ਨਹੀਂ ਸਮਝ ਲੱਗ ਰਹੀ। ਪਾਣੀ ਗਾ ਰਿਹਾ ਹੈ, ਅੱਗ ਗਾ ਰਹੀ ਹੈ ਉਹਨੂੰ। ਦੂਸਰੇ ਅਰਥ ਅਸੀਂ ਸਮਝਣ ਵਾਸਤੇ ਇਹ ਵੀ ਕਰ ਸਕਦੇ ਹਾਂ, ਅੰਤਰੀਵ ਤੌਰ 'ਤੇ ਮਿਲ ਜਾਣੇ ਦੋਨੋਂ ਹੀ ਅਰਥ, ਕਿਉਂਕਿ ਇਸ ਸ਼ਬਦ ਦੀ ਆਖਰੀ ਤੋਂ ਕਹੀ ਆਏਗੀ ਸੋ ਪਾਤ ਸਾਹੋ, ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੇ ਉਹਦੀ ਰਜਾ ਵਿੱਚ ਰਹਿਣਾ ਹੀ ਫੱਬਦਾ ਹੈ। ਰਜਾ ਦੀ ਗੱਲ ਆਉਂਦੀ ਹੈ। ਤੇ ਇੱਕ ਥਾਂ ਤੇ ਗੁਰਬਾਣੀ ਵਿੱਚ ਇਹ ਵੀ ਬਚਨ ਆਉਂਦਾ ਹੈ, ਸਿਫਤ ਸਾਲਾਹਨ ਤੇਰਾ ਹੁਕਮ ਰਜਾਏ। ਤੇਰੇ ਰਜਾ ਵਿੱਚ ਚੱਲਣਾ ਹੀ ਅਸਲ ਦੇ ਵਿੱਚ ਤੇਰੀ ਸਿਫਤ ਕਰਨਾ ਹੈ, ਇਹ ਅਸਲੀ ਗਾਉਣਾ ਹੈ। ਮੰਨ ਲਓ ਹੁਣ ਕੋਈ ਪਿਤਾ ਦਾ ਪੁੱਤਰ ਹੋਵੇ, ਉਂਝ ਉਹ ਗਾਈ ਜਾਵੇ ਮੇਰਾ ਪਿਤਾ ਜੀ ਬੜਾ ਚੰਗਾ, ਮੇਰਾ ਬਾਪੂ ਬੜਾ ਸੋਹਣਾ, ਪਰ ਜੋ ਬਾਪੂ ਕਹਿੰਦਾ ਉਹ ਮੰਨੇ ਹੀ ਨਾ, ਉਹਦੀ ਰਜਾ ਹੀ ਨਾ ਮੰਨੇ, ਤਾਂ ਉਹਨੂੰ ਸਿਫਤ ਕਹਿ ਸਕਦੇ? ਉਹਨੂੰ ਕਹੂਗਾ ਵੀ ਇਹ ਕੋਈ ਸਤਿਕਾਰ ਦੇ ਰਿਹਾ, ਕਹੂਗਾ ਵੀ ਨਰਾਦਰ ਹੀ ਕਰ ਰਿਹਾ ਪਿਤਾ ਦਾ, ਜੇ ਗੱਲ ਨਹੀਂ ਮੰਨਦਾ। ਤੇ ਜੇ ਉਹਦੀ ਗੱਲ ਮੰਨੂਗਾ ਤੇ ਜੀ ਕਈ ਵਾਰੀ ਨਾ ਵੀ ਆਖੇ ਉਹਨੂੰ ਸਤਿਕਾਰ ਹੀ ਕਹਿੰਦੇ ਨੇ। ਇਸੇ ਤਰ੍ਹਾਂ ਰੱਬ ਨੂੰ ਗਾਉਣ ਦਾ ਅਰਥ ਇਹ ਆ ਵੀ ਉਹਦੀ ਰਜਾ ਨੂੰ ਕਬੂਲ ਲੈਣਾ,
ਰਜ਼ਾ ਵਿੱਚ ਚੱਲਣਾ। ਤੇ ਹੁਣ ਆ ਹਵਾ ਜਿਹੜੀ ਉਹਦੀ ਰਜ਼ਾ 'ਚ ਚੱਲ ਰਹੀ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢਹਿ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਮਹਾਰਾਜ ਕਹਿੰਦੇ ਸਾਰੇ ਤੇਰੇ ਭੈ 'ਚ ਚੱਲਦੇ ਪਏ ਨੇ, ਤੇਰੇ ਨਿਯਮਾਂ 'ਚ ਬੱਝੇ ਹੋਏ ਨੇ, ਤੇਰੇ ਹੁਕਮ 'ਚ ਚੱਲਦੇ ਪਏ ਨੇ, ਤੇਰੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਇਸ ਕਰਕੇ ਇਹ ਹਵਾ ਵੀ ਤੈਨੂੰ ਗਾਉਂਦੀ ਪਈ ਹੈ, ਪਾਣੀ ਤੈਨੂੰ ਗਾ ਰਿਹਾ ਹੈ, ਅੱਗ ਤੈਨੂੰ ਗਾ ਰਹੀ ਹੈ, ਤੇਰੇ ਦਰ ਤੇ ਬੈਠਾ ਹੋਇਆ ਧਰਮਰਾਜ ਵੀ ਤੈਨੂੰ ਗਾ ਰਿਹਾ ਹੈ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਵਾਹਿਗੁਰੂ ਜੀ ਚਿੱਤਰ ਗੁਪਤ ਤੈਨੂੰ ਗਾ ਰਿਹਾ ਹੈ। ਜਿਹੜਾ ਚਿੱਤ ਗੁਪਤ ਦਾ ਅਰਥ ਸਮਝਿਓ ਵੀ ਉਹ ਚਿੱਤਰ ਜਿਹੜਾ ਗੁਪਤ ਹੈ। ਇੱਕ ਤਾਂ ਅਸੀਂ ਬਾਹਰੀ ਕਰਮ ਕਰਦੇ ਹਾਂ ਜਿਹੜੇ ਦਿਖ ਜਾਂਦੇ ਆ ਵੀ ਆਓ ਵੇਖੋ ਜੀ ਉਹਨੇ ਚੋਰੀ ਕਰ ਲਈ, ਦਿਖ ਗਿਆ ਨਾ। ਪਰ ਇੱਕ ਉਹ ਵੀ ਸੰਸਕਾਰ ਸਾਡੇ ਅੰਦਰ ਉਕਰਦੇ ਨੇ ਜਿਹੜੇ ਕਿਸੇ ਨੂੰ ਨਹੀਂ ਦਿਖਦੇ। ਹੁਣ ਮੇਰੇ ਅੰਦਰ ਕੀ ਸੰਸਕਾਰ ਉਕਰੇ ਪਏ ਨੇ, ਮੇਰੇ ਅੰਦਰ ਕੀ ਚੱਲਦਾ ਪਿਆ ਹੈ, ਇਹਦਾ ਵੀ ਲੇਖਾ ਹੋ ਰਿਹਾ ਹੈ। ਦੁਨਿਆਵੀ ਤੌਰ ਤੇ ਦੇਖੋ ਸਜ਼ਾ ਉਹਨੂੰ ਹੀ ਸੁਣਾਈ ਜਾਂਦੀ ਹੈ। ਦੁਨਿਆਵੀ ਅਦਾਲਤਾਂ ਦੇ ਵਿੱਚ ਬਾਹਰੀ ਤੌਰ ਤੇ ਕਿਸੇ ਦਾ ਕਰਮ ਗਲਤ ਫੜਿਆ ਜਾਵੇ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ। ਬਾਹਰੀ ਤੌਰ ਤੇ ਕਰਮਾਂ ਦਾ ਲੇਖਾ ਜੋਖਾ ਕੀਤਾ ਜਾਂਦਾ। ਜੇ ਪਕੜ 'ਚ ਆ ਜਾਵੇ, ਜੇ ਨਾ ਆਵੇ ਤਾਂ ਫਿਰ ਉਹ ਵੀ ਚੱਲੀ ਜਾਂਦੀਆਂ ਗੱਡੀਆਂ। ਪਰ ਧਰਮ ਦੀ ਦੁਨੀਆ 'ਚ ਕੇਵਲ ਬਾਹਰੀ ਲੇਖੇ ਜੋਖੀ ਨਹੀਂ ਵੇਖੇ ਜਾਂਦੇ, ਅੰਦਰਲੇ ਵੀ ਲੇਖੇ ਜਾਂਦੇ ਨੇ ਵੀ ਇਹਦੇ ਮਨ 'ਚ ਸੋਚਾਂ ਵਿਚਾਰਾਂ ਕਿਵੇਂ ਦੀਆਂ ਆਉਂਦੀਆਂ ਨੇ, ਇਹਦੇ ਅੰਦਰਲੇ ਸੰਸਕਾਰ ਕਿਹੋ ਜਿਹੇ ਹੈ, ਇਹਦੇ ਅੰਦਰ ਦੀ ਨੀਅਤ ਕਿਹੋ ਜਿਹੀ ਹੈ। ਧਰਮ ਦੀ ਦੁਨੀਆ 'ਚ ਇਹਦੇ ਲੇਖੇ ਵੀ ਦੇਖੇ ਜਾਂਦੇ ਨੇ। ਤੇ ਇਹ ਪ੍ਰਚਲਿਤ ਹੈ ਗੱਲ ਵੀ ਇਹ ਅੰਦਰਲੇ ਜਿਹੜੇ ਲੇਖੇ ਇਹਨੂੰ ਚਿੱਤਰਗੁਪਤ ਲਿਖਦਾ ਹੈ ਤੇ ਜਿਹਦੇ ਲਿਖੇ ਦੀ ਧਰਮਰਾਜ ਵਿਚਾਰ ਕਰਦਾ ਹੈ। ਮਹਾਰਾਜ ਕਹਿੰਦੇ ਉਹ ਚਿੱਤ ਗੁਪਤ, ਉਹ ਚਿੱਤਰਗੁਪਤ ਵੀ ਤੈਨੂੰ ਗਾ ਰਿਹਾ ਹੈ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਸ਼ਿਵ ਜੀ ਤੈਨੂੰ ਗਾ ਰਿਹਾ ਹੈ, ਬ੍ਰਹਮਾ ਤੈਨੂੰ ਗਾ ਰਿਹਾ ਹੈ, ਦੇਵੀਆਂ ਤੈਨੂੰ ਗਾ ਰਹੀਆਂ ਹਨ। ਇਹ ਸਾਰੇ ਜਿਹੜੇ ਤੇਰੀ ਸਵਾਰੇ ਹੋਏ ਹਨ ਉਹ ਤੈਨੂੰ ਗਾਉਂਦੇ ਪਏ ਹਨ। ਗਾਵਹਿ ਇੰਦ ਇੰਦਾਸਨ ਬੈਠੇ, ਦੇਵਤਿਆ ਦਰ ਨਾਲੇ। ਇੰਦਰ ਆਪਣੇ ਸਿੰਘਾਸਨ ਤੇ ਬੈਠਾ ਦੇਵਤਿਆਂ ਦੇ ਸਮੇਤ ਤੈਨੂੰ ਗਾਉਂਦਾ ਪਿਆ ਹੈ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਮਹਾਰਾਜ ਕਹਿੰਦੇ ਸਿੱਧ ਜਿਹੜੇ ਸਮਾਧੀਆਂ ਲਾ ਕੇ ਬੈਠੇ ਉਹ ਵੀ ਤੈਨੂੰ ਗਾਉਂਦੇ ਪਏ ਨੇ। ਸਾਧ ਜਨ ਜਿਹੜੇ ਹਨ ਵਿਚਾਰਾਂ ਦੇ ਰਾਹੀਂ ਤੈਨੂੰ ਗਾਉਂਦੇ ਪਏ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਜਤੀ ਲੋਕ ਜਿਹੜੇ ਹਨ, ਜਿਹੜੇ ਆਪਣੇ ਆਪ ਨੂੰ ਕਾਮ ਵਾਸ਼ਨਾ ਤੋਂ ਦੂਰ ਰੱਖਦੇ ਨੇ, ਉਹ ਵੀ ਤੈਨੂੰ ਗਾ ਰਹੇ ਹਨ। ਦਾਨੀ ਪੁਰਸ਼ ਸਤੀ ਜਿਹੜੇ ਹਨ ਉਹ ਵੀ ਤੈਨੂੰ ਗਾਉਂਦੇ ਹਨ। ਸੰਤੋਖੀ ਜਿਹੜੇ ਰੱਜ ਚੁੱਕੇ ਨੇ, ਕੋਈ ਦੁਨਿਆਵੀ ਭੁੱਖ ਨਹੀਂ ਰਹੀ, ਉਹ ਵੀ ਤੈਨੂੰ ਗਾ ਰਹੇ ਹਨ। ਵੀਰ ਕਰਾਰੇ ਤਕੜੇ ਸੂਰਬੀਰ ਸੂਰਮੇ ਜਿਹੜੇ ਨੇ ਉਹ ਵੀ ਤੈਨੂੰ ਗਾਉਂਦੇ ਪਏ ਹਨ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਮਹਾਰਾਜ ਕਹਿੰਦੇ ਪੰਡਤ ਤੈਨੂੰ ਗਾਉਂਦੇ ਨੇ, ਜਿਹੜੇ ਸਦਾ ਹੀ ਵੇਦਾਂ ਦਾ ਪਾਠ ਕਰਦੇ ਨੇ, ਸਦਾ ਹੀ ਤੈਨੂੰ ਗਾਉਂਦੇ ਨੇ। ਰਖੀਸਰ ਮਹਾਰਿਸ਼ੀ ਜਿਹੜੇ ਨੇ ਉਹ ਵੀ ਤੈਨੂੰ ਗਾਉਂਦੇ ਹਨ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਸ਼ ਪਿਆਲੇ। ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਇਸਤਰੀਆਂ ਹਨ ਉਹ ਵੀ ਤੈਨੂੰ ਗਾਉਂਦੀਆਂ ਹਨ। ਤਿੰਨ ਲੋਕ ਮੱਲੇ ਜਾਂਦੇ ਹਨ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਇਹ ਵੀ ਤੈਨੂੰ ਗਾਉਂਦੇ ਪਏ ਹਨ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਦੇ ਸਮੇਤ ਤੈਨੂੰ ਗਾ ਰਹੇ ਹਨ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਜੋਧੇ ਮਹਾਬਲੀ ਸੂਰਮੇ ਤੈਨੂੰ ਗਾਉਂਦੇ ਪਏ ਨੇ ਤੇ ਚਾਰ ਖਾਣੀਆਂ ਤੈਨੂੰ ਗਾ ਰਹੀਆਂ ਨੇ। ਚਾਰ ਖਾਣੀਆਂ ਮੰਨੀਆਂ ਜਾਂਦੀਆਂ ਨੇ ਨਾ, ਅੰਡਜ ਜੇਰਜ ਸੇਤਜ ਉਤਪਜ ਦੀ ਆਪਾਂ ਗੱਲ ਕਰਦੇ ਹਾਂ ਕਿ ਆਂਡੇ ਵਿੱਚੋਂ ਜੀਵ ਪੈਦਾ ਹੁੰਦੇ ਨੇ, ਇੱਕ ਇਹ ਖਾਣੀ ਹੋ ਗਈ। ਫਿਰ ਜਠਰ ਦੇ ਵਿੱਚੋਂ ਜੀਵ ਪੈਦਾ ਹੁੰਦੇ ਨੇ, ਧਰਤੀ ਦੇ ਵਿੱਚੋਂ ਜਿਵੇਂ ਬਨਸਪਤੀ ਉੱਗਦੀ, ਇੱਕ ਇਹ ਖਾਣੀ ਹੋ ਗਈ। ਇਸੇ ਤਰ੍ਹਾਂ ਮੁੜਕੇ ਦੇ ਵਿੱਚੋਂ ਜੀਵ ਪੈਦਾ ਹੁੰਦੇ ਨੇ। ਚਾਰ ਖਾਣੀਆਂ ਮੰਨੀਆਂ ਜਾਂਦੀਆਂ ਹਨ। ਇਹ ਚਾਰੇ ਖਾਣੀਆਂ ਵੀ ਤੈਨੂੰ ਗਾ ਰਹੀਆਂ ਹਨ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਖੰਡ ਦਾ ਅਰਥ ਹੁੰਦਾ ਹੈ ਟੁਕੜਾ, ਬ੍ਰਹਿਮੰਡ ਦੇ ਟੁਕੜੇ ਉਹ ਵੀ ਤੈਨੂੰ ਗਾਉਂਦੇ ਹਨ। ਮੰਡਲ ਤੋਂ ਭਾਵ ਇੱਕ ਚੱਕਰ ਬ੍ਰਹਿਮੰਡ ਦਾ, ਜਿਹਦੇ 'ਚ ਸੂਰਜ, ਧਰਤੀ, ਚੰਦਰਮਾ ਆਦਿਕ
ਤੱਕ ਆ ਜਾਂਦੇ ਨੇ। ਉਹ ਬ੍ਰਹਿਮੰਡ ਦਾ ਚੱਕਰ ਵੀ ਤੈਨੂੰ ਗਾ ਰਿਹਾ ਹੈ, ਸ੍ਰਿਸ਼ਟੀ ਤੈਨੂੰ ਗਾ ਰਹੀ ਹੈ। ਇਹ ਸਾਰੇ ਜਿਹੜੇ ਤੇਰੇ ਹੀ ਟਿਕਾਏ ਹੋਏ ਹਨ ਵਾਹਿਗੁਰੂ ਜੀ, ਇਹ ਤੈਨੂੰ ਗਾਉਂਦੇ ਪਏ ਹਨ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਗਾ ਤਾਂ ਤੈਨੂੰ ਸਾਰੇ ਹੀ ਰਹੇ ਹਨ ਵਾਹਿਗੁਰੂ ਜੀ, ਪਰ ਅਸਲ ਦੇ ਵਿੱਚ ਤੈਨੂੰ ਉਹ ਗਾਉਂਦੇ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ। ਤੇ ਤੈਨੂੰ ਚੰਗੇ ਕੌਣ ਲੱਗਦੇ ਨੇ? ਰੱਤੇ ਤੇਰੇ ਭਗਤ ਰਸਾਲੇ। ਰਸਾਲੇ ਦਾ ਅਰਥ ਹੈ ਰਸ ਦੇ ਘਰ। ਰਸ ਦੇ ਘਰ ਜਿਹੜੇ ਭਗਤ ਜਨ ਹਨ, ਜਿਹੜੇ ਤੇਰੇ ਪ੍ਰੇਮ 'ਚ ਰੱਤੇ ਹੋਏ ਹਨ, ਅਸਲ ਦੇ ਵਿੱਚ ਤੈਨੂੰ ਉਹ ਗਾ ਰਹੇ ਹਨ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਦੇਖੋ, ਇੱਕ ਤਾਂ ਬੇਅੰਤਤਾ ਦੱਸ ਰਹੇ ਨੇ ਗੁਰੂ ਸਾਹਿਬ, ਦੂਜੀ ਮਹਾਰਾਜ ਦੀ ਨਿਰਮਾਣਤਾ ਹੈ, ਨਿਮਰਤਾ ਹੈ। ਮਹਾਰਾਜ ਕਹਿੰਦੇ ਮੈਂ ਇੰਨੇ ਗਾਉਣ ਵਾਲਿਆਂ ਦਾ ਜ਼ਿਕਰ ਕਰ ਦਿੱਤਾ, ਪਰ ਇੱਥੇ ਹੀ ਬਸ ਨਹੀਂ, ਹੋਰ ਪਤਾ ਨਹੀਂ ਕਿੰਨੇ ਤੈਨੂੰ ਗਾਉਂਦੇ ਪਏ ਨੇ ਜਿਹੜੇ ਮੇਰੇ ਚੇਤੇ 'ਚ ਹੀ ਨਹੀਂ ਆ ਸਕਦੇ, ਜਿਹੜੇ ਮੈਨੂੰ ਚੇਤੇ 'ਚ ਹੀ ਨਹੀਂ ਹੈਗੇ, ਤੇ ਮੈਂ ਉਹਦੀ ਵਿਚਾਰ ਕੀ ਕਰ ਸਕਦਾ ਹਾਂ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਉਸ ਦੀ ਵੀ ਰਹਿਣ ਵਾਲਾ ਜੋ ਮੇਰਾ ਵਾਹਿਗੁਰੂ ਜੀ ਹੈ, ਸੱਚਾ ਸਾਹਿਬ ਹੈ, ਉਹਦੀ ਜੋ ਵਡਿਆਈ ਹੈ ਉਹ ਵੀ ਸਦਾ ਅਟਲ ਹੈ। ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਜਿਸ ਵਾਹਿਗੁਰੂ ਨੇ ਇਹ ਰਚਨਾ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ, ਉਹ ਹੁਣ ਵੀ ਹੈ ਤੇ ਸਦਾ ਹੀ ਰਹੇਗਾ। ਨਾ ਉਹ ਜੰਮਦਾ ਹੈ ਤੇ ਨਾ ਹੀ ਉਹ ਮਰਦਾ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜਿਸ ਵਾਹਿਗੁਰੂ ਜੀ ਨੇ ਇਹ ਵੱਖ-ਵੱਖ ਰੰਗਾਂ ਭਾਤਾਂ ਤੇ ਜਿਨਸਾਂ ਦੀ ਮਾਇਆ ਪੈਦਾ ਕੀਤੀ ਹੈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜਿਵੇਂ ਉਹਦੀ ਇੱਛਾ ਹੈ, ਵਡਿਆਈ ਤੋਂ ਭਾਵ ਇੱਥੇ ਜਿਵੇਂ ਉਹਦੀ ਮਰਜ਼ੀ, ਜਿਵੇਂ ਉਹਦੀ ਇੱਛਾ ਹੈ, ਉਹ ਪ੍ਰਮਾਤਮਾ ਫਿਰ ਆਪ ਹੀ ਇਸ ਕੁਦਰਤ ਨੂੰ ਬਣਾ ਕੇ ਉਹਦੀ ਸੰਭਾਲ ਪਿਆ ਕਰਦਾ ਹੈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਜੋ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਇਹ ਨਹੀਂ ਵੀ ਕਿਸੇ ਜੀਵ ਦੀਆਂ ਮਰਜ਼ੀਆਂ ਚੱਲਦੀਆਂ, ਜਾਂ ਕੋਈ ਕਹਿ ਦੇਵੇ ਰੱਬਾ ਤੂੰ ਇੰਜ ਨਹੀਂ ਇੰਜ ਕਰ, ਜਾਂ ਕੋਈ ਕਵੇ ਵੀ ਇੰਜ ਕਰਨਾ ਚਾਹੀਦਾ ਰੱਬ ਨੂੰ। ਨਹੀਂ ਨਹੀਂ, ਰੱਬ ਕਿਸੇ ਦੀਆਂ ਸਲਾਹਾਂ ਨਾਲ ਨਹੀਂ ਚੱਲਦਾ। ਜੋ ਉਹਨੂੰ ਭਾਉਂਦਾ ਹੈ, ਜੋ ਉਹਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰਦਾ ਹੈ, ਤੇ ਉਹਦੇ ਤੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਵਾਹਿਗੁਰੂ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੀ ਰਜਾ ਵਿੱਚ ਰਹਿਣਾ ਹੀ ਫੱਬਦਾ ਹੈ, ਉਹਦੀ ਰਜਾ 'ਚ ਰਹਿਣਾ ਹੀ ਉਚਿਤ ਹੈ। ਆ ਤੱਤ ਜੇ ਸਤ ਸੰਗਤ ਤੋ ਇੱਥੇ ਰਜਾ ਦੀ ਗੱਲ ਹੋਈ ਹੈ। ਤੋ ਸਤਿਗੁਰੂ ਕਹਿੰਦੇ ਜਿਹੜਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੇ ਅੱਗੇ ਹੁਕਮ ਤਾਂ ਚੱਲਣਾ ਨਹੀਂ ਭਲਿਓ। ਇਸ ਕਰਕੇ ਚੰਗੀ ਗੱਲ ਇਹ ਹੀ ਹੈ ਵੀ ਉਹਦੀ ਰਜਾ ਕਬੂਲ ਲਓ, ਉਹਦੀ ਰਜਾ ਵਿੱਚ ਚੱਲਣਾ ਹੀ ਉਚਿਤ ਹੈ। ਤੋ ਇਹ ਪੌੜੀ ਦੀ ਵਿਚਾਰ ਹੋਈ। ਅੱਜ ਬੜਾ ਸਮਾਂ ਲੱਗਿਆ ਕਿਉਂਕਿ ਪੌੜੀਆਂ ਲੰਬੇਰੀਆਂ ਸੀ ਤੇ ਵਿੱਚੋਂ ਛੱਡ ਵੀ ਨਹੀਂ ਸੀ ਸਕਦੇ, ਇਸ ਕਰਕੇ ਇਹ ਵਿਚਾਰ ਹੋਈ ਹੈ। ਸਤਿਗੁਰੂ ਦਾ ਸ਼ੁਕਰ ਹੈ, ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ। ਇਸ ਤੋਂ ਅਗਲੀਆਂ ਪੌੜੀਆਂ ਦੀ ਵਿਚਾਰ ਫਿਰ ਆਪਾਂ ਅੱਗੇ ਕਰਾਂਗੇ। ਆਓ ਆਖਰੀ 2 ਤੁਕਾਂ ਪੜ੍ਹ ਕੇ ਸਤ ਸੰਗਤ ਜੀਓ ਫਿਰ ਆਪਾਂ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।